कि ਜਿਹੜਾ ਸਿੱਖ ਧਰਮ ਹੈ ਇਹ ਵਿਗਿਆਨਕ ਧਰਮ ਹੈ। ਅਸੀਂ ਕਾਫੀ ਦੇਰ ਤੋਂ ਇਹ ਗੱਲ ਸੁਣਦੇ ਆਏ ਹਾਂ, ਪੜ੍ਹਦੇ ਵੀ ਆਏ ਹਾਂ, ਲੇਕਿਨ ਅੱਜ ਉਹ ਸਾਨੂੰ ਦੱਸਣਗੇ ਕਿ ਵਿਗਿਆਨਕ ਕਿਉਂ ਹੈ, ਕਿਵੇਂ ਹੈ। ਕਿ ਜੇ ਸਭ ਤੋਂ ਵੱਧ ਬੰਦੇ ਇਸ ਸੰਸਾਰ ਦੇ ਵਿੱਚ ਮਰੇ ਆ ਤਾਂ ਉਹ ਧਰਮ ਪਿੱਛੇ ਮਰੇ ਆ, ਭਾਵੇਂ ਉਹ ਕਨਵਰਸ਼ਨ ਦੀ ਗੱਲ ਸੀ ਜਾਂ ਵਿਚਾਰਾਂ ਦਾ ਵਿਰੋਧ ਸੀ। ਸੋ ਧਰਮ ਇੱਕ ਬਹੁਤ ਕੰਟਰੋਵਰਸ਼ੀਅਲ ਵਿਸ਼ਾ ਵੀ ਰਿਹਾ। ਕਹਿੰਦੇ ਪੱਥਰ ਜੀਵਨ ਜਿਨ੍ਹਾਂ ਦੇ ਵਿੱਚ ਜਾਨ ਵੀ ਨਹੀਂ ਆ, ਹੈ ਨਾ। ਇਹ ਜਿਹੜੀਆਂ ਜਾਤੀਆਂ ਵੀ ਨੇ ਇਹ ਸਾਰੀਆਂ ਇੱਕ ਐਵੋਲਿਊਸ਼ਨ ਹੈ। ਪੱਥਰ ਜਾਤੀ ਤੋਂ ਲੈ ਕੇ ਮਨੁੱਖ ਜਾਤੀ ਤੱਕ ਇਹ ਐਵੋਲਿਊਸ਼ਨ ਆ ਗਿਆ। ਪੌਦਿਆਂ 'ਚ ਐਵੋਲਿਊਸ਼ਨ ਆ ਗਿਆ। ਸੋ ਮੇਰੇ ਕੋਲੇ ਤਾਂ ਬੇਸਿਕਲੀ ਬਹੁਤੇ ਲੋਕ ਉਹ ਆਉਂਦੇ ਆ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਧਰਮ ਦਾ ਅਰਥ ਹੀ ਉਹ ਹੁੰਦਾ ਆ ਜਿਹੜਾ ਸਾਰੇ ਸੰਸਾਰ ਨੂੰ, ਸਾਰੇ ਯੂਨੀਵਰਸ ਨੂੰ ਹੋਲਡ ਕਰੇ। ਸਿੱਖੀਜ਼ਮ ਦੀ ਆਪਾਂ ਗੱਲ ਕਰ ਲਈਏ, ਅਸੀਂ ਕਹਿੰਦੇ ਵੀ ਅੰਮ੍ਰਿਤ ਛਕਿਆ ਹੋਵੇ, ਹੈ ਨਾ, ਤੂੰ ਟ੍ਰਿਮਿੰਗ ਨਹੀਂ ਕੀਤੀ ਹੋਣੀ ਚਾਹੀਦੀ, ਵਾਲ ਨਹੀਂ ਕੱਟੇ ਹੋਣੇ ਚਾਹੀਦੇ, ਤੇਰਾ ਖਾਸ ਤਰ੍ਹਾਂ ਦਾ ਪਹਿਰਾਵਾ ਹੋਗਾ, ਤਾਂ ਬੱਚਿਆਂ ਨੂੰ ਲੱਗਦਾ ਇਹ ਤਾਂ ਓਲਡ ਫੈਸ਼ਨਡ ਹੈ। ਤਾਂ ਬੇਸਿਕਲੀ ਧਰਮ ਤਾਂ ਮਤਲਬ ਲੌਜ਼ ਨੇ। ਧਰਮ ਤਾਂ ਇੱਕ ਸੋਚ ਹੈ, ਜੀਵਨ ਜਾਚ ਹੈ। ਜੀਵਨ ਜਾਚ ਛੱਡ ਕੇ ਅਸੀਂ ਸਰੂਪ ਦੇ ਉੱਤੇ ਪਿੱਛੇ। ਜਿਹੜੀ ਨਵੀਂ ਜਨਰੇਸ਼ਨ ਦੀ ਤੁਸੀਂ ਡਾਕਟਰ ਔਲਖ ਗੱਲ ਕੀਤੀ ਆ, ਹਾਂਜੀ, ਨਵੀਂ ਜਨਰੇਸ਼ਨ ਤਾਂ ਹੁਣ ਬਾਣੀ ਪੜ੍ਹ ਨਹੀਂ ਰਹੀ। ਨਵੀਂ ਜਨਰੇਸ਼ਨ ਜਿਹੜੀ ਆ ਧਰਮਾਂ ਤੋਂ ਦੂਰ ਹੋ ਰਹੀ ਆ, ਧਰਮ ਤੋਂ ਦੂਰ ਹੋ ਰਹੀ ਆ। ਤੁਸੀਂ ਵੀ ਮਹਿਸੂਸ ਕਰਦੇ ਹੋ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਤੁਸੀਂ ਪੜ੍ਹਾਉਂਦੇ ਹੋ। ਜੀ ਜੀ। ਕਿੰਨੇ ਇੱਕ ਸਟੂਡੈਂਟ ਨੇ ਜਿਹੜੇ ਰਿਲੀਜਨ ਪੜ੍ਹਨ ਲਈ ਆਉਂਦੇ ਨੇ ਬਨਿਸਬਤ ਇਸ ਦੇ ਕਿ ਤੁਸੀਂ ਹੋਰ ਸਬਜੈਕਟਸ ਦੇਖਦੇ ਹੋ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਅੱਜ ਇੱਕ ਬਹੁਤ ਮਹੱਤਵਪੂਰਨ ਗੱਲਬਾਤ ਚੱਲਣ ਜਾ ਰਹੀ ਹੈ ਔਰ ਖ਼ਾਸ ਤੌਰ ਦੇ ਉੱਤੇ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਸ ਬਾਰੇ ਗੱਲਬਾਤ ਹੋਈ, ਕੰਟਰੋਵਰਸੀਜ਼ ਹੋਈਆਂ, ਹਾਲੇ ਵੀ ਜਿਹੜੇ ਲੋਕ ਇਸ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਨੇ ਅਤੇ ਦਿਨ ਰਾਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਸ ਚੀਜ਼ ਤੋਂ ਪ੍ਰਭਾਵਿਤ ਨੇ ਉਹ ਧਰਮ ਹੈ। ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਉਹਨਾਂ ਦੇ ਅਕੀਦੇ ਅਤੇ ਵੱਖ-ਵੱਖ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਉਹਨਾਂ ਦਾ ਆਪਣਾ ਇੱਕ ਸਿਸਟਮ ਬਣਾਇਆ ਹੋਇਆ। ਧਰਮ ਕੋਈ ਵੀ ਮਾੜਾ ਨਹੀਂ, ਲੇਕਿਨ ਧਰਮਾਂ ਦੇ ਵਿੱਚ ਅੰਦਰ ਖਾਤੇ ਕੀ ਕੁਛ ਚੱਲਦਾ ਹੈ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਕੋਈ ਦੱਸ ਰਹੇ ਸੀ ਕਿ ਜੇ ਸਭ ਤੋਂ ਵੱਧ ਬੰਦੇ ਇਸ ਸੰਸਾਰ ਦੇ ਵਿੱਚ ਮਰੇ ਆ ਤਾਂ ਉਹ ਧਰਮ ਪਿੱਛੇ ਮਰੇ ਆ, ਭਾਵੇਂ ਉਹ ਕਨਵਰਸ਼ਨ ਦੀ ਗੱਲ ਸੀ ਜਾਂ ਵਿਚਾਰਾਂ ਦਾ ਵਿਰੋਧ ਸੀ। ਸੋ ਧਰਮ ਇੱਕ ਬਹੁਤ ਕੰਟਰੋਵਰਸ਼ੀਅਲ ਵਿਸ਼ਾ ਵੀ ਰਿਹਾ। ਲੇਕਿਨ ਅੱਜ ਦੀ ਜਿਹੜੀ ਗੱਲਬਾਤ ਕਰਨ ਜਾ ਰਹੇ ਨੇ ਡਾਕਟਰ ਪਰਵਿੰਦਰ ਕੌਰ ਔਲਖ ਜੀ, ਉਹ ਪੰਜਾਬੀ ਯੂਨੀਵਰਸਿਟੀ ਤੋਂ ਆਏ ਨੇ ਅਤੇ ਅਸਿਸਟੈਂਟ ਪ੍ਰੋਫੈਸਰ ਨੇ ਉੱਥੇ ਡਿਪਾਰਟਮੈਂਟ ਆਫ ਫਿਲਾਸਫੀ ਦੇ ਵਿੱਚ, ਅਤੇ ਉਹਨਾਂ ਦੀ ਸਪੈਸ਼ਲਾਈਜੇਸ਼ਨ ਜਿਹੜੀ ਆ ਉਹ ਸਿੱਖ ਫਿਲਾਸਫੀ, ਅਪਲਾਈਡ ਐਥਿਕਸ ਅਤੇ ਐਨਵਾਇਰਮੈਂਟਲ ਕੰਸਰਨਸ ਇਨ ਸਿੱਖਿਜ਼ਮ। ਔਰ ਇਹਨਾਂ ਦੇ ਜਿਹੜੇ ਥੀਸਿਸ ਨੇ ਔਰ ਖ਼ਾਸ ਤੌਰ ਦੇ ਉੱਤੇ ਇਕੋਲੋਜੀ ਖਾਸ ਸਿੱਖ ਧਰਮ ਦੇ ਵਿੱਚ, ਔਰ ਉਹਦੇ ਨਾਲ ਯੂਥ ਬਾਰੇ ਵੀ ਬਹੁਤ ਸਾਰੀ ਗੱਲਬਾਤ ਅੱਜ ਦੇ ਪ੍ਰੋਗਰਾਮ 'ਚ ਹੋਣ ਵਾਲੀ ਹੈ। ਕਿ ਜਿਹੜਾ ਸਿੱਖ ਧਰਮ ਹੈ ਇਹ ਵਿਗਿਆਨਕ ਧਰਮ ਹੈ। ਅਸੀਂ ਕਾਫੀ ਦੇਰ ਤੋਂ ਇਹ ਗੱਲ ਸੁਣਦੇ ਆਏ ਹਾਂ, ਪੜ੍ਹਦੇ ਵੀ ਆਏ ਹਾਂ, ਲੇਕਿਨ ਅੱਜ ਉਹ ਸਾਨੂੰ ਦੱਸਣਗੇ ਕਿ ਵਿਗਿਆਨਕ ਕਿਉਂ ਹੈ, ਕਿਵੇਂ ਹੈ। ਅਤੇ ਡਾਕਟਰ ਔਲਖ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਜੀ। ਸਿੱਖ ਧਰਮ ਨੂੰ ਅਸੀਂ ਵਿਗਿਆਨਕ ਇਸ ਤਰ੍ਹਾਂ ਕਹਿ ਸਕਦੇ ਹਾਂ। ਪਹਿਲਾਂ ਤਾਂ ਇਹੀ ਦੇਖ ਲਈਏ ਕਿ ਇਹ ਯੰਗੈਸਟ ਹੈ ਰਿਲੀਜਨਸ ਦੇ ਵਿੱਚ। ਸੋ ਜਿਹੜੀ ਜਾਣਕਾਰੀ ਪਹਿਲੇ ਧਰਮਾਂ ਦੇ ਸਮੇਂ ਤੱਕ ਨਹੀਂ ਸੀ, ਉਹ ਸਿੱਖ ਗੁਰੂਆਂ ਦੇ ਸਮੇਂ ਤੱਕ ਵੀ ਕਾਫੀ ਜ਼ਿਆਦਾ ਆ ਗਈ ਸੀ। ਪਰ ਫਿਰ ਵੀ ਜਿਹੜੀ ਜਾਣਕਾਰੀ ਸਿੱਖ ਗੁਰੂਆਂ ਨੇ ਵੀ ਸਾਨੂੰ ਦਿੱਤੀ ਉਹ ਉਸ ਸਮੇਂ ਦੇ ਵਿੱਚ ਨਹੀਂ ਸੀ। ਅੱਜ ਉਸ ਤਰ੍ਹਾਂ ਦੀਆਂ ਥੇਰੀਜ਼ ਜਿਹੜੀਆਂ ਨੇ ਆ ਰਹੀਆਂ ਨੇ, ਉਹਨਾਂ ਨੂੰ ਲੋਕ ਕਹਿ ਰਹੇ ਨੇ ਕਿ ਆਹ ਨਵੀਂ ਥੇਰੀ ਆਈ ਹੈ, ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਲਰੇਡੀ ਮੌਜੂਦ ਸੀ। ਤਾਂ ਬਹੁਤ ਸਾਰੀਆਂ ਸਿਧਾਂਤ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਥੇਰੀ ਆਫ ਕ੍ਰੀਏਸ਼ਨ, ਸ੍ਰਿਸ਼ਟੀ ਰਚਨਾ ਦਾ ਸਿਧਾਂਤ, ਯੂਨੀਵਰਸ ਕਿੱਦਾਂ ਬਣਿਆ। ਜਦੋਂ ਸਾਇੰਟਿਸਟ ਇਹਨੂੰ ਦੇਖ ਰਹੇ ਨੇ, ਆਪਣੇ ਸਿੱਖ ਵਿਦਵਾਨ ਇਹਨੂੰ ਦੇਖ ਰਹੇ ਨੇ ਜਿਹੜੇ ਸਾਇੰਸ ਨਾਲ ਸੰਬੰਧਿਤ ਹੈ, ਤਾਂ ਉਹ ਬਿਗ ਬੈਂਗ ਥੇਰੀ ਜਾਂ ਹੋਰ ਬਹੁਤ ਸਾਰੀਆਂ ਥੇਰੀਜ਼ ਜਿਹੜੀਆਂ ਨੇ ਉਹਦੇ ਨਾਲ ਰਿਲੇਟ ਉਹਦੇ ਕਰ ਪਾ ਰਹੇ ਨੇ। ਇਸੇ ਤਰ੍ਹਾਂ ਜੇ ਆਪਾਂ ਸਾਈਕੋਲੋਜੀ ਦਾ ਵਿਸ਼ਾ ਲਈਏ ਤਾਂ ਇਹਨੂੰ ਵੀ ਇੱਕ ਸਾਇੰਸ ਮੰਨਿਆ ਜਾਣ ਲੱਗ ਗਿਆ ਆ।
ਤਾਂ ਪਰਸਨੈਲਿਟੀ ਡਿਵੈਲਪਮੈਂਟ ਦੇ ਜਿਹੜੇ ਪਰਸਪੈਕਟਿਵਸ ਨੇ ਕਿਸ ਤਰ੍ਹਾਂ ਨਾਲ ਹੋਣੀ ਹੈ, ਕਿਸ ਤਰ੍ਹਾਂ ਨਾਲ ਸਾਈਕੋਲੋਜੀ ਚੇਂਜ ਹੁੰਦੀ ਹੈ ਸਾਡੀ, ਇਹ ਸਾਰੇ ਤਰ੍ਹਾਂ ਦੇ ਸਿਧਾਂਤ ਸਾਡੇ ਵਿੱਚ ਆਉਂਦੇ ਨੇ। ਐਸਥੈਟਿਕਸ, ਸੁੰਦਰਤਾ ਕੀ ਹੈ, ਇਹ ਵੀ ਇੱਕ ਲੌਜ਼ ਨੇ। ਸੋਹਜ ਦਾ ਬਹੁਤ ਸੋਹਣਾ ਫਲਸਫਾ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਵੀ ਸੋਹਜ ਕੀ ਹੈ, ਬੈਲੈਂਸ ਕਰਨਾ ਹੈ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਨਾਲ, ਉਹ ਪ੍ਰੋਪਰ ਸਿਧਾਂਤ ਹੈ ਉਹਦੇ ਵਿੱਚ ਗੁਰਬਾਣੀ ਦੇ ਵਿੱਚ, ਜਿਹੜਾ ਮੈਂ ਇੱਕ ਅੱਧਾ ਪੇਪਰ ਬਣਾਇਆ ਵੀ। ਫਿਰ ਇਕੋਲੋਜੀ ਜਿਹੜਾ ਬਿਲਕੁਲ ਨਵਾਂ ਸਬਜੈਕਟ ਮੰਨਿਆ ਜਾਂਦਾ ਆ, ਹੈ ਨਾ। ਅਰਨੈਸਟ, ਡੀਪ ਇਕੋਲੋਜੀ ਅਰਨੈਸਟ ਦੇ ਨਾਲ ਜਾਣੀ ਜਾਣ ਲੱਗੀ 1973 ਦੇ ਲਾਗੇ ਚਾਗੇ, ਤਾਂ ਅੱਜ ਕਾਫੀ ਜ਼ਿਆਦਾ ਇਹਦਾ ਚਰਚਾ ਹੋ ਰਿਹਾ। ਇਹ ਪੂਰਾ ਦਾ ਪੂਰਾ ਸਿਧਾਂਤ ਕਿ ਮਨੁੱਖ ਦਾ ਬਾਕੀ ਪ੍ਰਜਾਤੀਆਂ ਨਾਲ ਕੀ ਸੰਬੰਧ ਹੈ, ਜਾਂ ਬਾਕੀ ਪ੍ਰਜਾਤੀਆਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਜੇ ਮੈਂ ਪਹਿਲਾਂ ਇਕੋਲੋਜੀ ਕਹਾਂ ਕਿ ਹੁੰਦਾ ਕੀ ਹੈ, ਇਕੋਲੋਜੀ ਦਾ ਮਤਲਬ ਹੈਗਾ ਕਿ ਡੀਪ ਇਕੋਲੋਜੀ ਦਾ ਕਿ ਇਹ ਜਿੰਨੀਆਂ ਵੀ ਪ੍ਰਜਾਤੀਆਂ ਨੇ, ਮਤਲਬ ਜਿੰਨੀਆਂ ਕਲਾਸਿਸ ਹੈ, ਸਪੀਸ਼ੀਜ਼ ਨੇ ਜਿਹੜੀਆਂ, ਸਪੀਸ਼ੀਜ਼ ਵੀ, ਔਰ ਜਿਹੜੀ ਆਪਾਂ ਇੱਕ ਜਿਹਨੂੰ ਕਹਿੰਦੇ ਪੱਥਰ, ਜਿਨ੍ਹਾਂ ਦੇ ਵਿੱਚ ਜਾਨ ਵੀ ਨਹੀਂ ਆ, ਹੈ ਨਾ। ਇਹ ਜਿਹੜੀਆਂ ਜਾਤੀਆਂ ਵੀ ਨੇ, ਇਹ ਸਾਰੀਆਂ ਇੱਕ ਐਵੋਲਿਊਸ਼ਨ ਹੈ। ਪੱਥਰ ਜਾਤੀ ਤੋਂ ਲੈ ਕੇ ਮਨੁੱਖ ਜਾਤੀ ਤੱਕ ਇਹ ਐਵੋਲਿਊਸ਼ਨ ਆ ਗਿਆ, ਪੌਦਿਆਂ 'ਚ ਐਵੋਲਿਊਸ਼ਨ ਆ ਗਿਆ। ਅੱਛਾ, ਇਹ ਜਿਹੜੀ ਜਦੋਂ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ, ਇਹ ਐਵੋਲਿਊਸ਼ਨ 'ਚ ਪਾਤੀ, ਮਨੁੱਖ ਤੱਕ ਤਾਂ ਪਰਮਾਤਮਾ ਨੇ ਬਣਾ ਕੇ ਦੇ ਦਿੱਤਾ। ਹੁਣ ਉਹਨੇ ਇਸ ਐਵੋਲਿਊਸ਼ਨ ਨੂੰ ਅੱਗੇ ਚਲਾ ਕੇ ਰੱਬ ਤੱਕ ਪਹੁੰਚਣਾ, ਮਤਲਬ ਰੱਬ ਵਰਗਾ ਬਣਨਾ। ਹੁਣ ਇਹ ਪ੍ਰੋਸੈਸ ਜਿਹੜਾ ਨਾ, ਉਹਨੇ ਮਤਲਬ ਪਰਮਾਤਮਾ ਨੇ ਬੰਦੇ ਦੇ ਹੱਥ 'ਚ ਕਰਤਾ ਕਿ ਤੂੰ ਇਹਨਾਂ ਜਾਤੀਆਂ ਨੂੰ ਪ੍ਰਭਾਵਿਤ ਵੀ ਕਰਦਾ ਆ, ਇਹ ਜਾਤੀਆਂ ਤੈਨੂੰ ਪ੍ਰਭਾਵਿਤ ਵੀ ਕਰਦੇ ਆ, ਹੈ ਨਾ। ਧਰਤੀ ਪੇ ਤੇਰੀ ਸਿਕਦਾਰੀ, ਅਵਰਜੰਤ ਤੇਰੇ ਪਾਣੀ ਹਾਰੀ। ਤਾਂ ਤੂੰ ਤਾਂ ਸਰਦਾਰ ਆ, ਤੂੰ ਇਹਨਾਂ ਨੂੰ ਚਲਾ ਸਕਦਾ। ਇਹਨਾਂ ਨੂੰ ਇਸ ਢੰਗ ਨਾਲ ਚਲਾ ਕੇ ਸਰਬੱਤ ਦਾ ਭਲਾ ਹੋ ਜਾਏ। ਇੱਕ ਪਾਸੇ ਜਾਤੀਆਂ ਪ੍ਰਭਾਵਿਤ ਹੋ ਰਹੀਆਂ ਨੇ, ਇਹ ਸਰਬੱਤ ਦਾ ਭਲਾ ਕਰਦੇ ਕਰਦੇ ਤੂੰ ਆਪਣੇ ਵਿੱਚ ਇੱਕ ਐਵੋਲਿਊਸ਼ਨ ਹੋਰ ਲੈ ਆ, ਇੱਕ ਸਟੈਪ ਹੋਰ ਉੱਪਰ ਚੱਲ ਜਾ, ਸਪਿਰਿਚੁਅਲੀ ਪ੍ਰੋਗਰੈਸ ਕਰ ਜਾ, ਤੇ ਤੂੰ ਰੱਬ ਵਰਗਾ ਬੰਦਾ ਬਣ ਜਾ। ਮਤਲਬ ਤੇਰਾ ਆਚਰਣ ਜਿਹੜਾ ਉਹ ਵਧੀਆ ਹੋ ਜੇ, ਸੱਚਾ ਹੋ ਜੇ। ਤੇ ਸੱਚਾ ਆਚਰਣ ਜਿਹਨੂੰ ਸਚਿਆਰ ਕਿਹਾ ਗਿਆ, ਉਹੀ ਰੱਬ ਵਰਗਾ ਆ। ਉਸੇ ਦੀ ਪ੍ਰਾਪਤੀ ਰੱਬ ਦੀ ਪ੍ਰਾਪਤੀ ਹੈ ਐਕਚੁਅਲੀ ਸਿੱਖੀਜ਼ਮ ਦੇ ਵਿੱਚ। ਸੋ ਇਹ ਸਿਧਾਂਤ ਸਾਰੇ ਜਿਹੜੇ ਹੈਗੇ ਆ ਬਹੁਤ ਹੀ ਸਾਇੰਟੀਫਿਕ ਹੈ। ਜੇ ਮੈਂ ਇੱਕ ਐਗਜ਼ਾਮਪਲ ਦੇਵਾਂ, ਹੈ ਨਾ, ਛੋਟੀ ਜਿਹੀ, ਕਿ ਇੱਕ ਆਪਣੇ ਕੋਲ ਸ਼ਬਦ ਆਉਂਦਾ ਆ ਜਪਜੀ ਸਾਹਿਬ ਦੇ ਵਿੱਚ ਹੀ ਸਲੋਕ ਆਉਂਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਅਸੀਂ ਨਾ ਇਹਨੂੰ ਛੋਟਾ ਜਿਹਾ ਲੈ ਲੈਂਦੇ ਹਾਂ ਵੀ ਹਾਂ ਵੀ ਸਾਨੂੰ ਪਵਨ ਨੂੰ ਪਾਣੀ, ਹੈ ਨਾ, ਪਵਨ ਨੂੰ ਗੁਰੂ ਕਹਿ ਤਾ ਕਿਉਂਕਿ ਉਹਦੇ ਕਰਕੇ ਸਾਡੀ ਜਾਨ ਹੈ, ਕੌਨਸ਼ੀਅਸਨੈਸ ਹੈ, ਗੁਰੂ ਹੋ ਗਿਆ, ਹੈ ਨਾ। ਪਾਣੀ ਪਿਤਾ ਹੋ ਗਿਆ। ਤਾਂ ਮਤਲਬ ਇੰਨਾ ਕੁ ਇੱਥੋਂ ਤੱਕ ਤਾਂ ਅਸੀਂ ਲੈ ਆਉਂਦੇ ਹਾਂ। ਇਹਨੂੰ ਥੋੜ੍ਹਾ ਜਿਹਾ ਹੋਰ ਜੇ ਡੂੰਘੀ ਸਾਇੰਸ ਦੇ ਵਿੱਚ ਲਿਆ ਜਾਵੇ ਨਾ, ਤਾਂ ਗੁਰੂ ਦਾ ਗੁਰਬਾਣੀ ਦੇ ਅਰਥ, ਗੁਰਬਾਣੀ ਦੇ ਵਿੱਚ ਇਹ ਅਰਥ ਹੈ ਕਿ ਜਿਹੜਾ ਸਾਨੂੰ ਸਥੂਲ ਤੇ ਸੂਖਮ, ਮਤਲਬ ਮਾਸ ਵਾਲਾ ਸਰੀਰ ਦੇਵੇ, ਫਿਜ਼ੀਕਲ, ਤੇ ਚੇਤਨਾ ਦੇਵੇ, ਹੈ ਨਾ, ਉਹਨੂੰ ਅਸੀਂ ਗੁਰੂ ਕਹਿੰਦੇ ਹਾਂ। ਤਾਂ ਕਹਿੰਦੇ ਪਵਨ ਜਿਹੜੀ ਆ ਉਹੀ ਗੁਰੂ ਆ। ਜਦੋਂ ਅਸੀਂ ਸਾਇੰਟੀਫਿਕ ਥਿਊਰੀ ਨੂੰ ਦੇਖਦੇ ਹਾਂ ਨਾ ਜੀ, ਜਿਹੜਾ ਸਭ ਤੋਂ ਪਹਿਲਾ ਜੀਵਨ ਆ, ਸੈੱਲ ਨੂੰ ਮੰਨਦੇ ਆ, ਉਹ ਪ੍ਰਿਮਿਟਿਵ ਸੈੱਲ ਨੂੰ, ਹੈ ਨਾ। ਉਹ ਸੈੱਲ ਜਿਹੜਾ ਹੈ, ਉਹ ਜਿਹੜੇ ਬੇਸਿਕ ਤੱਤਾਂ ਦਾ ਵਿੱਚ ਬਣਿਆ ਹੋਇਆ 99%, ਉਹਨਾਂ ਦੇ ਵਿੱਚੋਂ ਵੀ 90% ਚਾਰ ਜਿਹੜੇ ਤੱਤ ਆਉਂਦੇ ਨੇ, ਚਾਰ ਚੀਜ਼ਾਂ ਹੁੰਦੀਆਂ ਨੇ, ਉਹ ਹਵਾ ਆ। ਉਹ ਹੈਗੀ ਹੈ ਕਾਰਬਨ, ਆਕਸੀਜਨ, ਨਾਈਟ੍ਰੋਜਨ ਤੇ ਹਾਈਡਰੋਜਨ, ਹੈ ਨਾ। ਤਾਂ ਇਹਨਾਂ ਸਾਰੇ ਚਾਰਾਂ ਗੈਸਾਂ ਦੇ ਵਿੱਚੋਂ ਵੀ ਜਿਹੜੀ ਕਾਰਬਨ ਹੈਗੀ ਹੈ ਨਾ, ਉਹੀ ਜੀਵਨ ਦੇ ਸਕਦੀ ਆ। ਮਤਲਬ ਇਹ ਸੰਜੀਵੀ ਹੈ। ਕਾਰਬਨ, ਜਿੰਨੇ ਵੀ ਤੱਤ ਕਹਿੰਦੇ ਨੇ ਇਹਨਾਂ ਨੂੰ, ਜਿੰਨੀਆਂ ਵੀ ਇਹ ਤੱਤ ਨੇ ਨਾ, 103 ਜਾਂ 110 ਦੇ ਕਰੀਬ ਹੈ ਮੇਰੇ ਖਿਆਲ 'ਚ ਸਾਇੰਸ ਦੇ ਵਿੱਚ। ਮੈਂ ਸਾਇੰਸ ਦਾ ਸਟੂਡੈਂਟ ਬੇਸਿਕਲੀ ਨਹੀਂ ਹੈਗਾ। ਤਾਂ ਇਹਨਾਂ ਦੇ ਵਿੱਚੋਂ ਇੱਕੋ ਇੱਕ ਜਿਹੜਾ ਤੱਤ ਹੈ ਜਿਹਦੇ ਤੋਂ ਜੀਵਨ ਉਤਪੰਨ ਹੋ ਸਕਦਾ, ਉਹ ਹੈਗਾ ਕਾਰਬਨ। ਅੱਛਾ ਜੀ। ਕਾਰਬਨ ਆਉਂਦੀ ਹੈ ਐਟਮੋਸਫੀਅਰ, ਮਤਲਬ ਕਿੱਥੋਂ ਆਉਣੀ ਹੈ ਇਹ ਐਟਮੋਸਫੀਅਰ ਦੇ ਵਿੱਚ? ਕਾਰਬਨ ਡਾਈਆਕਸਾਈਡ ਤੋਂ ਆਉਣੀ। ਕਾਰਬਨ ਡਾਈਆਕਸਾਈਡ ਜੀਵਨ ਨਹੀਂ ਦੇ ਸਕਦੀ ਜਦ ਤੱਕ ਉਹ ਪਾਣੀ ਨਾਲ ਰਿਐਕਟ ਨਹੀਂ ਕਰਦੀ, ਮਤਲਬ ਪਾਣੀ ਨਾਲ ਉਹਦੀ ਕੋਈ ਕਿਰਿਆ ਨਹੀਂ ਹੁੰਦੀ। ਪਾਣੀ ਸੋ ਪਿਤਾ ਹੋ ਗਿਆ। ਪਾਣੀ ਨਾਲ ਕਿਰਿਆ, ਹੁਣ ਆਪਾਂ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ, ਹੈ ਨਾ,
ਦਿਨ ਤੇ ਰਾਤ ਖਿਡਾਉਣੇ ਆ, ਸਾਰੀ ਸੰਸਾਰ ਦੇ ਵਿੱਚ ਐਕਟੀਵਿਟੀ ਹੈ ਜਿਹੜੀ ਇਹਨਾਂ ਦੇ ਕਰਕੇ ਆ। ਹੁਣ ਸੂਰਜ ਦੀ એનર્ਜੀ ਤੋਂ ਬਿਨਾ ਪਾਣੀ ਉਹਦੇ ਨਾਲ ਰਿਐਕਸ਼ਨ ਨਹੀਂ ਕਰਦਾ, ਨਾ ਬਨਸਪਤੀ ਕਿਤੇ ਪੈਦਾ ਹੋ ਤਾਂ ਫਿਰ ਉਹ ਪੈਦਾ ਨਹੀਂ ਹੋ ਸਕਦੀ। ਠੀਕ ਹੈ, ਤਾਂ ਸੂਰਜ ਜਿਹੜਾ ਉਹ ਦਿਨ ਰਾਤ ਜਿਹੜੇ ਗ੍ਰਹਿਾਂ ਨੇ ਹੈ ਨਾ, ਇਹ ਸਾਰੀ ਐਕਟੀਵਿਟੀ ਖਿਡਾ ਰਹੇ ਨੇ ਸਾਰੇ, ਬਿਲਕੁਲ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਮਤਲਬ ਉਸੇ ਹਿਸਾਬ ਨਾਲ ਜਿਸ ਤਰ੍ਹਾਂ ਅਸੀਂ ਕਰਮ ਕਰਦੇ ਹਾਂ ਉਸ ਤਰ੍ਹਾਂ ਦੀ ਫਿਰ ਪੈਦਾਇਸ਼ ਹੁੰਦੀ ਹੈ, ਕਿਉਂਕਿ ਬੇਸਿਕ ਤੱਤ ਤਾਂ ਉਹੀ ਹੈ। ਇੱਕੋ ਹੀ ਤੱਤ ਨੇ ਜਿਹੜੇ ਜੀਵਨ ਦਿੰਦੇ ਨੇ, ਉਹੀ ਤੱਤਾਂ ਤੋਂ ਬੰਦਾ ਬਣਨਾ, ਉਸੇ ਤੋਂ ਬਨਸਪਤੀ ਬਣਨੀ ਹੈ, ਉਸੇ ਤੋਂ ਸਾਰਾ ਕੁਛ ਬਣਨਾ। ਤਾਂ ਬਹੁਤ ਹੀ ਸਾਇੰਟੀਫਿਕ ਥਿਊਰੀਜ਼ ਇਹਦੇ ਵਿੱਚੋਂ ਲੱਭ ਸਕਦੀਆਂ ਨੇ ਜੇ ਸਾਇੰਸ ਵਾਲੇ ਬੱਚੇ ਜਦੋਂ ਅੱਗੋਂ ਆਉਣਗੇ ਇਹਨਾਂ ਨੂੰ ਹੋਰ ਐਨਾਲਾਈਜ਼ ਕਰਨਾ, ਕਿਉਂਕਿ ਪੁਰਾਣੇ ਸਾਡੇ ਕੋਲੇ ਵੀ ਉਨੀ ਜਾਣਕਾਰੀ ਨਹੀਂ, ਨਵੀਂ ਜਨਰੇਸ਼ਨ ਕੋਲ ਨਵੀਂ ਜਾਣਕਾਰੀ ਆਉਂਦੀ ਹੈ। ਜਿਹੜੀ ਨਵੀਂ ਜਨਰੇਸ਼ਨ ਦੀ ਤੁਸੀਂ ਡਾਕਟਰ ਔਲਖ ਗੱਲ ਕੀਤੀ ਆ, ਹਾਂਜੀ, ਨਵੀਂ ਜਨਰੇਸ਼ਨ ਤਾਂ ਹੁਣ ਬਾਣੀ ਪੜ੍ਹ ਨਹੀਂ ਰਹੀ। ਨਵੀਂ ਜਨਰੇਸ਼ਨ ਜਿਹੜੀ ਆ ਧਰਮਾਂ ਤੋਂ ਦੂਰ ਹੋ ਰਹੀ ਆ, ਧਰਮ ਤੋਂ ਦੂਰ ਹੋ ਰਹੀ ਆ। ਤੁਸੀਂ ਵੀ ਮਹਿਸੂਸ ਕਰਦੇ ਹੋ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਤੁਸੀਂ ਪੜ੍ਹਾਉਂਦੇ ਹੋ। ਜੀ ਜੀ। ਕਿੰਨੇ ਸਟੂਡੈਂਟ ਨੇ ਜਿਹੜੇ ਰਿਲੀਜਨ ਪੜ੍ਹਨ ਲਈ ਆਉਂਦੇ ਨੇ ਬਨਿਸਬਤ ਇਸ ਦੇ ਕਿ ਤੁਸੀਂ ਹੋਰ ਸਬਜੈਕਟਸ ਦੇਖਦੇ ਹੋ? ਮੈਂ ਐਕਚੁਅਲੀ ਰਿਲੀਜੀਅਸ ਸਟੱਡੀਜ਼ ਦੀ ਟੀਚਰ ਨਹੀਂ ਹੈਗੀ, ਮੈਂ ਸਿੱਖ ਫਿਲਾਸਫੀ ਦੀ ਹਾਂ। ਸਿੱਖ ਰਿਲੀਜਨ ਵਾਲੇ ਉਹ ਡਿਪਾਰਟਮੈਂਟ ਅਲੱਗ ਹੈ। ਸੋ ਮੇਰੇ ਕੋਲੇ ਤਾਂ ਬੇਸਿਕਲੀ ਬਹੁਤੇ ਲੋਕ ਉਹ ਆਉਂਦੇ ਆ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਅੱਛਾ, ਸਾਡੇ ਲਈ ਇੱਕ ਨਵਾਂ ਚੈਲੰਜ ਹੁੰਦਾ। ਰਿਲੀਜਨ ਵਾਲੇ ਤਾਂ ਜਿਹੜੇ ਧਾਰਮਿਕ ਲੋਕ ਹੈ ਨਾ, ਉਹ ਤਾਂ ਉਸ ਡਿਪਾਰਟਮੈਂਟ 'ਚ ਲੈ ਲੈਂਦੇ ਵੀ ਅਸੀਂ ਤਾਂ ਆਹ ਚੀਜ਼ ਸਿੱਖਣੀ ਆ, ਸਾਡਾ ਰੁਝਾਨ ਅਸੀਂ ਸਿੱਖ ਲਿਆ। ਸਾਡੇ ਕੋਲ ਤਾਂ ਜਨਰਲ ਫਿਲਾਸਫੀ ਦੇ ਬੱਚੇ ਆਉਂਦੇ ਨੇ, ਜਿਨ੍ਹਾਂ ਵਿੱਚ ਅਥੀਸਟ ਹੁੰਦੇ ਨੇ, ਜਿਹੜੇ ਬਹੁਤ ਟੌਰ ਨਾਲ ਪਹਿਲੇ ਦਿਨ ਆ ਕੇ ਕਹਿੰਦੇ ਜੀ ਅਸੀਂ ਰੱਬ ਨੂੰ ਨਹੀਂ ਮੰਨਦੇ। ਜਿੱਦਣ ਮਤਲਬ ਬਾਕੀ ਸਾਡੇ ਸਬਜੈਕਟ ਦੂਜੇ ਨੇ, ਤਾਂ ਸਿੱਖੀਜ਼ਮ ਇੱਕ ਰਿਲੀਜਨ ਪੜ੍ਹਾਉਂਦਾ ਆ, ਤਾਂ ਉਹ ਪਹਿਲੇ ਦਿਨ ਹੀ ਆ ਕੇ ਕਹਿੰਦੇ ਆ ਕਿ ਅਸੀਂ ਤਾਂ ਰੱਬ ਨੂੰ ਮੰਨਦੇ ਨਹੀਂ, ਹੁਣ ਅਗਲੀ ਗੱਲ ਤੁਸੀਂ ਕਰ ਲਓ ਜੀ ਕਹਿੰਦੇ। ਤਾਂ ਉਹ ਬੇਸਿਕਲੀ ਇਹ ਤਾਂ ਫਿਰ ਸਾਡੇ ਲਈ ਇੱਕ ਚੈਲੰਜ ਜ਼ਰੂਰ ਹੁੰਦਾ। ਪਰ ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਉਹਨਾਂ ਦੇ ਪੱਧਰ ਦੇ ਉੱਤੇ ਜਾ ਕੇ ਕਰਦੇ ਹਾਂ ਨਾ, ਤਾਂ ਇਹੋ ਜਿਹੀ ਕੋਈ ਗੱਲ ਨਹੀਂ ਆ। ਬੱਚੇ ਬਹੁਤ ਜ਼ਿਆਦਾ ਕਨਵਿੰਸ ਹੁੰਦੇ ਆ, ਬੱਚੇ ਰੁਝਾਨ, ਪਰ ਪਰਸਪੈਕਟਿਵ ਅਲੱਗ ਦੇਣਾ ਪੈਂਦਾ, ਮਤਲਬ ਹੈ ਨਾ, ਪਰਸਪੈਕਟਿਵ ਇੱਦਾਂ ਦੇਣਾ ਪੈਂਦਾ ਸਾਨੂੰ ਵੀ ਜਿਹੜਾ ਪੁਰਾਣਾ ਆਪਣਾ ਰੀਤੀ ਰਿਵਾਜਾਂ ਵਾਲਾ ਧਰਮ ਆ ਨਾ, ਅਸੀਂ ਉਹਨੂੰ ਧਰਮ ਨਹੀਂ ਮੰਨਦੇ ਬੇਸਿਕਲੀ, ਜਿਸ ਫਿਲਾਸਫੀ ਵਾਲੇ ਮੰਨਦੇ। ਧਰਮ ਦਾ ਅਰਥ ਹੀ ਉਹ ਹੁੰਦਾ ਆ ਜਿਹੜਾ ਸਾਰੇ ਸੰਸਾਰ ਨੂੰ, ਸਾਰੇ ਯੂਨੀਵਰਸ ਨੂੰ ਹੋਲਡ ਕਰੇ ਜੀ। ਤਾਂ ਭਾਰਤੀ ਦਰਸ਼ਨ ਦੇ ਵਿੱਚ ਇਹਨੂੰ ਰਿਤ ਵੀ ਕਹਿੰਦੇ ਆ ਜਾਂ ਰਤ ਕਹਿੰਦੇ ਆ। ਤਾਂ ਉਹਦਾ ਮਤਲਬ ਹੀ ਹੁੰਦਾ ਨਿਯਮ। ਸੋ ਉਹ ਨਿਯਮ ਜਿਹੜਾ ਸਾਰੇ ਯੂਨੀਵਰਸ ਨੂੰ ਚਲਾ ਕੇ ਬੈਠਾ ਹੋਇਆ ਆ, ਉਹਨੂੰ ਅਸੀਂ ਧਰਮ ਕਹਿੰਦੇ ਹਾਂ। ਅਸੀਂ ਉਹਨਾਂ ਦਾ ਕਹਿੰਦੇ ਹੁੰਦੇ ਨਾ ਵੀ ਗੱਲ ਹੀ ਉਹਨਾਂ ਨਾਲ ਹੋਰ ਢੰਗ ਨਾਲ ਕਰਨੀ ਸ਼ੁਰੂ ਕਰਦੇ ਹਾਂ ਵੀ ਆਹ ਆ ਭਾਈ ਧਰਮ, ਹੁਣ ਬੋਲ, ਤੂੰ ਇਹਨੂੰ ਜਾਣਨਾ ਚਾਹੁੰਦਾ। ਤਾਂ ਫਿਰ ਉਹ ਕਰਦੇ ਕਰਦੇ ਆਉਣਾ ਤਾਂ ਉੱਥੇ ਹੀ ਹੁੰਦਾ ਆ, ਕਿਉਂਕਿ ਲਾਅ ਕੀ ਆ। ਜੇ ਧਰਮ ਐਕਚੁਅਲੀ ਚੱਲਦਾ ਹੀ ਥਿੰਕਿੰਗ ਤੋਂ ਆ ਜੀ, ਸੋਚ ਤੋਂ ਚੱਲਦਾ ਆ। ਜਿਵੇਂ ਸਿੱਖ ਧਰਮ ਵੀ, ਹਿੰਦੂ ਧਰਮ ਵੀ ਚੱਲਦਾ ਤਾਂ ਇਹ ਸੋਚ ਤੋਂ ਆ ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਰਬੱਤ ਦੇ ਭਲੇ ਲਈ ਹੋ ਸਕਦੀਆਂ ਨੇ, ਤਾਂ ਉਹ ਧਰਮ ਦੇ ਰੂਪ ਵਿੱਚ ਚੱਲਦੀ। ਤੁਸੀਂ ਕੀ ਕਾਰਨ ਸਮਝਦੇ ਹੋ ਜਿਹੜੇ ਯੂਥ ਆ ਰਿਲੀਜਨ ਤੋਂ ਦੂਰ ਕਿਉਂ ਜਾ ਰਹੀ ਹੈ? ਕੁਝ ਕੁ ਗੱਲਾਂ ਹੈਗੀਆਂ ਨੇ ਉਹਦੇ ਵਿੱਚ। ਪਹਿਲੀ ਗੱਲ, ਅਸੀਂ ਰੱਬ ਨੂੰ ਨਾ ਉਹਨਾਂ ਲਈ ਇੱਕ ਸੁਪਰ ਹਿਊਮਨ ਬਣਾ ਦਿੱਤਾ ਹੋਇਆ, ਮਤਲਬ ਜਿਹੜਾ ਸਾਨੂੰ ਦਿਖਦਾ ਨਹੀਂ ਹੈ ਨਾ, ਤੁਸੀਂ ਉਹਦੇ 'ਤੇ ਆਸਥਾ ਕਰੋ। ਪਹਿਲੀ ਗੱਲ ਜੀ, ਉਹ ਕਿਉਂ ਉਹਦੇ ਨਾਲ ਪਿਆਰ ਕਰਨ, ਉਹਦੇ 'ਚ ਆਸਥਾ ਕਰਨ ਜਿਹੜਾ ਉਹਨਾਂ ਨੂੰ ਦਿਸਦਾ ਨਹੀਂ, ਉਹਨਾਂ ਨੂੰ ਅਨੁਭਵ ਹੀ ਨਹੀਂ ਹੁੰਦਾ ਪਿਆ। ਉਹ ਕਿਵੇਂ ਮੰਨ ਲੈਣ ਕੋਈ ਇਹੋ ਜਿਹੀ ਚੀਜ਼ ਹੈਗੀ ਜਦ ਤਾਈਂ ਉਹਨਾਂ ਦੇ ਅਨੁਭਵ 'ਚ ਨਹੀਂ ਆਉਂਦੀ ਜਾਂ ਉਹਨਾਂ ਨੂੰ ਦਿਖਦੀ ਨਹੀਂ। ਦੂਸਰਾ, ਅਸੀਂ ਉਹਨਾਂ ਲਈ ਧਰਮ ਇੱਕ ਰੀਤੀ ਰਿਵਾਜ ਬਣਾ ਦਿੱਤੇ ਆ। ਉਹ ਰੀਤੀ ਰਿਵਾਜ ਜਿਹੜੀ ਉਹਨਾਂ ਦੀ ਰੀਜ਼ਨਿੰਗ ਨੂੰ ਪੂਰਾ ਨਹੀਂ ਕਰਦੇ ਪਏ। ਬਿਲਕੁਲ, ਹੈ ਨਾ। ਤਾਂ ਜਾਂ ਤਾਂ ਉਹ ਰੀਤੀ ਰਿਵਾਜ ਬਣੇ ਰੀਜ਼ਨਿੰਗ ਨਾਲ ਹੀ ਸੀ, ਪਰ ਇੰਨੇ ਸਮੇਂ ਵਿੱਚ ਸਾਨੂੰ ਵੀ ਉਹਦੀ ਰੀਜ਼ਨਿੰਗ ਭੁੱਲ ਚੁੱਕੀ ਆ ਵੀ ਕਾਹਤੋਂ ਬਣੇ ਇਹ, ਜਾਂ ਉਹ ਵਿਗੜ ਇੰਨੇ ਗਏ ਨੇ ਕਿ ਰੀਜ਼ਨਿੰਗ ਹੈ ਹੀ ਨਹੀਂ। ਹਾਂ, ਉਹਦੇ ਪਿੱਛੇ ਰੀਜ਼ਨਿੰਗ ਹੈ ਹੀ ਨਹੀਂ। ਤਾਂ ਬੱਚਿਆਂ ਕੋਲੇ ਜਾਣਕਾਰੀ ਸਾਡੇ ਤੋਂ ਵੀ ਵੱਧ ਹੈ, ਉਹ ਕਹਿੰਦੇ ਸਾਨੂੰ ਰੀਜ਼ਨਿੰਗ ਦਿਓ। ਤਾਂ ਬੇਸਿਕਲੀ ਪਹਿਲਾਂ ਤਾਂ ਸਾਡੇ ਕੋਲੇ ਰੀਜ਼ਨਿੰਗ ਲਿਆਉਣੀ ਪਊਗੀ ਵੀ ਸਾਨੂੰ ਵੀ ਸੋਚਣਾ ਪਊਗਾ ਵੀ ਕਿਉਂ ਹੈਗਾ ਹੈ। ਦੂਸਰੀ ਗੱਲ, ਇੱਕ ਅਸੀਂ ਜਦੋਂ ਰੀਤੀ ਰਿਵਾਜਾਂ ਦੀ ਗੱਲ ਕਰਦੇ ਹਾਂ, ਹੁਣ ਸਿੱਖੀਜ਼ਮ ਦੀ ਆਪਾਂ ਗੱਲ ਕਰ ਲਈਏ, ਇੱਕ ਅਸੀਂ ਕਹਿੰਦੇ ਵੀ ਅੰਮ੍ਰਿਤ ਛਕਿਆ ਹੋਵੇ, ਹੈ ਨਾ, ਤੂੰ ਟ੍ਰਿਮਿੰਗ ਨਹੀਂ ਕੀਤੀ ਹੋਣੀ ਚਾਹੀਦੀ, ਵਾਲ ਨਹੀਂ ਕੱਟੇ ਹੋਣੇ ਚਾਹੀਦੇ, ਤੇਰਾ ਖਾਸ ਤਰ੍ਹਾਂ ਦਾ ਪਹਿਰਾਵਾ ਹੋਗਾ, ਤਾਂ ਬੱਚਿਆਂ ਨੂੰ ਲੱਗਦਾ ਇਹ ਤਾਂ ਓਲਡ ਫੈਸ਼ਨਡ ਹੈ,
ਇਹਦੇ ਨਾਲ ਰੱਬ ਕਿੱਥੋਂ ਲੱਭ ਜੂ, ਜਾਂ ਇਹਦੇ ਨਾਲ ਮੇਰੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਕਿੱਦਾਂ ਹੱਲ ਹੋ ਜਾਣਗੀਆਂ। ਤਾਂ ਬੇਸਿਕਲੀ ਧਰਮ ਤਾਂ ਮਤਲਬ ਲੌਜ਼ ਨੇ, ਧਰਮ ਤਾਂ ਇੱਕ ਸੋਚ ਹੈ, ਜੀਵਨ ਜਾਂਚ ਹੈ। ਜੀਵਨ ਜਾਂਚ ਛੱਡ ਕੇ ਅਸੀਂ ਸਰੂਪ ਦੇ ਉੱਤੇ ਪਿੱਛੇ ਮਤਲਬ ਠੱਪਾ ਲਾ ਦਿੰਦੇ ਹਾਂ। ਤੀਜੀ ਗੱਲ, ਜਦੋਂ ਪਾਠ ਕਰਨ ਦੀ ਵੀ ਗੱਲ ਕਰਦੇ ਹਾਂ, ਵੀ ਪਾਠ ਨਹੀਂ ਕਰਦੇ ਬੱਚੇ, ਅਸੀਂ ਉਹਨਾਂ 'ਤੇ ਇੰਨੀਆਂ ਰਿਸਟ੍ਰਿਕਸ਼ਨਸ ਲਾ ਦਿੰਦੇ ਹਾਂ। ਬੱਚੇ ਨਹਾ ਕੇ ਗੁਟਕੇ ਨੂੰ ਹੱਥ ਲਾਉਣਾ, ਹੈ ਨਾ, ਪਾਪ ਲੱਗ ਜਾਓ। ਸਿਰ ਢੱਕ ਕੇ ਗੁਟਕੇ ਨੂੰ ਹੱਥ ਲਾਉਣਾ, ਪਾਪ ਲੱਗ ਜਾਓ। ਅਸੀਂ ਅਖੰਡ ਪਾਠ ਸਾਹਿਬ ਭਾਈ ਜੀ ਤੋਂ ਕਰਾਉਣਾ, ਗਲਤ ਪੜ੍ਹਿਆ ਜਾਊ, ਪਾਪ ਲੱਗ ਜਾਊ। ਜਿਸ ਚੀਜ਼ ਨੂੰ ਅਸੀਂ ਪੜ੍ਹਨਾ ਤੱਕ ਨਹੀਂ, ਉਹ ਚੀਜ਼ ਸਾਡੀ ਸਮਝ 'ਚ ਕਿੱਥੋਂ ਆ ਜਾਊ। ਜਿਹੜੀ ਚੀਜ਼ ਸਾਡੀ ਸਮਝ 'ਚ ਨਹੀਂ ਆਈ, ਉਹ ਸਾਡੀ ਬੁੱਧੀ 'ਚ ਨਹੀਂ ਆਈ ਹੈਗੀ, ਤਾਂ ਉਹ ਸਾਡੇ ਜੀਵਨ 'ਚ ਕਿੱਦਾਂ ਆ ਜਾਊਗੀ। ਮੈਂ ਤਾਂ ਇਹ ਸਮਝਦਾ, ਮੇਰੇ ਹੋਰ ਸਧਾਰਨ ਲੋਕ ਕਾਫੀ ਇਹ ਸਮਝਦੇ ਆ ਹਾਂਜੀ ਵੀ ਇਹਦੇ 'ਚ ਜਿਹੜੀ ਧਰਮ ਦੇ ਵਿੱਚ ਲੌਜਿਕ ਲੂਜਿਕ ਦੀ ਗੱਲ ਨਹੀਂ ਬਹੁਤੀ ਹੈਗੀ। ਇਹ ਤਾਂ ਭਰੋਸੇ ਦੀ ਗੱਲ ਆ, ਇਹ ਤਾਂ ਵਿਸ਼ਵਾਸ ਦੀ ਗੱਲ ਆ। ਤੁਹਾਨੂੰ ਭਰੋਸਾ ਕਰਨਾ ਪੈਣਾ, ਵਿਸ਼ਵਾਸ ਕਰਨਾ ਪੈਣਾ। ਨਹੀਂ ਜਿਹੜਾ ਵਿਸ਼ਵਾਸ ਨਹੀਂ ਕਰਦਾ, ਭਰੋਸਾ ਨਹੀਂ ਕਰਦਾ, ਉਹ ਤਾਂ ਫਿਰ ਧਾਰਮਿਕ ਹੋ ਹੀ ਨਹੀਂ ਸਕਦਾ। ਨਹੀਂ, ਦੇਖੋ, ਜਦੋਂ ਅਸੀਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ, ਮੈਂ ਬਾਕੀ ਦੀ ਗੱਲ ਨਹੀਂ ਕਰ ਲਈ, ਮੈਂ ਜਨਰਲ ਨਹੀਂ ਗੱਲ ਕਰਦੀ, ਹੈ ਨਾ, ਤਾਂ ਸਿੱਖੀਜ਼ਮ ਤਾਂ ਸਿੱਧਾ ਭਰੋਸੇ ਦੀ ਗੱਲ ਹੀ ਨਹੀਂ ਕਰਦਾ ਪਿਆ। ਉਹ ਕਹਿੰਦਾ ਸੁਣਿਆ, ਮੰਨਿਆ, ਮਨ ਕੀਤਾ ਭਾਉ, ਭਾਉ ਪਿਆਰ ਕਰਨਾ, ਇਹ ਭਰੋਸੇ ਤੱਕ ਪਹੁੰਚਣਾ। ਉਹਦੇ ਤੋਂ ਪਹਿਲਾਂ ਤੁਸੀਂ ਸੁਣਨਾ, ਗੁਰਬਾਣੀ 'ਚ ਕੀ ਆ, ਗੁਰੂ ਗ੍ਰੰਥ ਸਾਹਿਬ 'ਚ ਕੀ ਆ, ਜਾਂ ਜਿਸ ਵੀ ਧਾਰਮਿਕ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ, ਜਿਹੜੇ ਵੀ ਮਤਲਬ ਧਰਮ ਨੂੰ ਤੁਸੀਂ ਬਿਲੋਂਗ ਕਰ, ਸੁਣਨਾ ਮਤਲਬ ਸਾਖੀ ਹੈ, ਟੈਸਟੀਮਨੀ ਆ, ਹੈ ਨਾ, ਜਿਹਨੇ ਅਨੁਭਵ ਕੀਤਾ ਉਹਦੀ ਗੱਲ ਸੁਣ ਲਓ, ਚਾਹੇ ਲਿਖੀ ਹੋਈ ਆ ਚਾਹੇ ਉੱਦਾਂ ਸੁਣ ਲਿਓ। ਫਿਰ ਮੰਨਣਾ, ਮੰਨਣ ਦਾ ਮਤਲਬ ਇਹ ਤਾਂ ਨਹੀਂ ਵੀ ਸੁਣ ਲਈ ਤੇ ਮੰਨ ਲਈ, ਜਿਹੜੀ ਅਸੀਂ ਕਹਿ ਰਹੇ ਹਾਂ ਬੱਚਿਆਂ ਨੂੰ ਵੀ ਸੁਣ ਲਈ ਤੇ ਮੰਨ ਲਈ, ਮੰਨ ਜਾ ਮੇਰੀ ਗੱਲ। ਮਨਨ ਕਰਨਾ ਆ ਜੀ, ਚਿੰਤਨ ਕਰਨਾ ਆ, ਰੀਜ਼ਨਿੰਗ ਉਹਦੇ ਵਿੱਚ ਆਉਂਦੀ ਆ, ਰੈਸ਼ਨੈਲਿਟੀ ਉਹਦੇ ਵਿੱਚ ਆਉਂਦੀ ਆ। ਜਿਸ ਦਿਨ ਕੋਈ ਗੱਲ, ਹੈ ਨਾ, ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਉਹਦੇ 'ਤੇ ਚਿੰਤਨ ਕਰਦੇ ਹਾਂ, ਉਹਦੇ 'ਤੇ ਵਿਚਾਰ ਕਰਦੇ ਹਾਂ, ਤੁਹਾਨੂੰ ਚੰਗੀ ਲੱਗਣ ਲੱਗ ਗਈ, ਤੁਹਾਡੀ ਸਮਝ 'ਚ ਆਉਣ ਲੱਗ ਗਈ, ਤੁਸੀਂ ਮੰਨਣ ਲੱਗ ਜਾਓਗੇ ਵੀ ਚਲੋ ਮੰਨ ਕੇ ਕਰਕੇ ਦੇਖ ਲੈਂਦੇ ਹਾਂ, ਹੈ ਨਾ, ਕਰਕੇ ਦੇਖ ਲੈਂਦੇ ਹਾਂ, ਤਾਂ ਹੌਲੀ ਹੌਲੀ ਉਹ ਸੈਟਿੰਗ ਆਉਣੀ ਸ਼ੁਰੂ ਹੋ ਜਾਂਦੀ ਵੀ ਗੱਲ ਤਾਂ ਸਹੀ ਹੋਈ ਲੱਗਦੀ ਪਈ ਹੈ ਨਾ। ਫਿਰ ਕਰਦੇ ਕਰਦੇ ਸਾਡਾ ਪਿਆਰ ਪੈ ਜਾਂਦਾ, ਹੈ ਨਾ। ਫਿਰ ਸਾਡੀ ਉਹ ਐਡੀ ਪੱਕੀ ਆਸਥਾ ਹੋ ਜਾਂਦੀ ਹੈ ਕਿ ਇਹ ਗੱਲ ਇੱਦਾਂ ਹੀ ਹੈ, ਕਿਉਂਕਿ ਸਾਡੇ ਮਨ ਨੇ ਮੰਨ ਲਈ, ਸਾਡੀ ਬੁੱਧੀ ਨੇ ਮੰਨ ਲਈ ਉਹ ਗੱਲ, ਤਾਂ ਉਹ ਮੰਨਣਗੇ। ਅਸੀਂ ਕਹਿੰਦੇ ਹਾਂ ਸੁਣ ਲਿਆ ਤੇ ਮੰਨ ਲਿਆ ਵੀ ਤੇਰੀ ਰੈਸ਼ਨੈਲਿਟੀ ਦੀ ਜ਼ਰੂਰਤ ਨਹੀਂ, ਤੇਰੀ ਰੀਜ਼ਨਿੰਗ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਤੈਨੂੰ ਸੈਟਿਸਫਾਈ ਨਹੀਂ ਕਰ ਸਕਦੇ। ਅਸਲੀ ਗੱਲ ਤਾਂ ਇਹ ਹੈ, ਪਰ ਗੁਰਬਾਣੀ ਕਰ ਸਕਦੀ ਆ। ਤਾਂ ਅਸੀਂ ਬੱਚਿਆਂ ਨੂੰ ਇਹ ਗੱਲ ਛੱਡ ਦਿਓ ਵੀ ਤੇਰੇ, ਹੈ ਨਾ, ਤੇਰਾ ਪਾਪ ਲੱਗ ਜੂਗਾ ਜੇ ਤੂੰ ਸ਼ਬਦ ਗਲਤ ਪੜ੍ਹ ਲਿਆ, ਹੈ ਨਾ, ਉਹਨੂੰ ਪੜ੍ਹਨ ਦਿਓ। ਜਦ ਤੱਕ ਕਹਿੰਦੇ ਹੁੰਦੇ ਨਾ, ਡਰਿੰਕ ਅੰਦਰ ਨਹੀਂ ਗਈ ਤਾਂ ਨਸ਼ਾ ਕਿੱਥੋਂ ਆਊਗਾ, ਬੁੱਲਾਂ ਤੱਕ ਲੱਗਣੀ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਗੁਰਬਾਣੀ ਜਿਹੜੀ, ਸੌਰੀ ਮੈਂ ਐਗਜ਼ਾਮਪਲ ਬਹੁਤ ਉਲਟੀ ਚਲੇਗੀ, ਹੈ ਨਾ, ਸਿਮਲੀ, ਹਾਂ, ਥੋੜੀ ਅੱਗੇ ਚਲੇਗੀ, ਤਸ਼ਵੀਸ਼ ਹੈ ਠੀਕ ਨਾ ਹੋਏ। ਹਾਂ, ਪਰ ਮਤਲਬ ਗੁਰਬਾਣੀ ਦਾ ਨਸ਼ਾ ਵੀ, ਜਿਹੜਾ ਰੱਬ ਦਾ ਨਸ਼ਾ ਵੀ ਉਦੋਂ ਤੱਕ ਕਿਵੇਂ ਲੱਗੂਗਾ ਜਦ ਤੱਕ ਉਹ ਸ਼ਬਦ, ਉਹ ਜੋ ਖਾਧਾ ਆ ਗਿਆਨ ਆ, ਹੈ ਨਾ, ਉਹ ਸਾਡਾ ਖੂਨ ਹੀ ਨਹੀਂ ਬਣਦਾ, ਸਾਡੇ ਐਕਸਪੀਰੀਅੰਸ 'ਚ ਹੀ ਨਹੀਂ ਆਉਂਦਾ। ਕਿਵੇਂ ਉਹਦਾ ਨਸ਼ਾ ਲੱਗ ਜੂਗਾ, ਕਿਵੇਂ ਅਸੀਂ ਉਹਨੂੰ ਪਿਆਰ ਕਰ ਲਾਂਗੇ। ਅਸੀਂ ਕਹਿੰਦੇ ਤੈਨੂੰ ਸੁਣਾ ਤਾਂ ਬਸ ਪਿਆਰ ਕਰ ਲਾ ਹੁਣ ਤੂੰ, ਬੱਚਾ ਨਹੀਂ ਮੰਨਦਾ। ਜਿਹੜਾ ਉਹ ਖੁਮਾਰ ਹੈ, ਹਾਂ, ਉਹ ਖੁਮਾਰ ਟੇਸਟ ਕਰਨ ਲਈ ਮੇਰਾ ਖਿਆਲ ਆ ਵੀ ਪੜ੍ਹਨੀ ਪਏਗੀ ਉਹਨੂੰ ਆਪਣੇ ਬੁੱਧੀ ਦੇ ਉੱਤੇ ਪਰਖਣਾ ਪਏਗਾ, ਫਿਰ ਉਹਨੂੰ ਐਕਸਪੀਰੀਅੰਸ ਦੇ ਵਿੱਚ ਲਿਆਉਣਾ ਪਏਗਾ, ਫਿਰ ਖੁਮਾਰ ਬਣਨਾ ਆ, ਫਿਰ ਪਿਆਰ ਬਣਨਾ। ਆਪਾਂ ਇਕੋਲੋਜੀ ਦੀ ਗੱਲ ਕੀਤੀ ਸੀ ਕਿ ਇੱਥੋਂ ਦੀ ਜਿਹੜੇ ਜੀਵ ਜੰਤੂ, ਸਾਰੀਆਂ ਸਪੀਸ਼ੀਜ਼, ਬਨਸਪਤੀ, ਦਰਖਤ, ਪੱਥਰ ਵੀ ਤੁਸੀਂ ਕਿਹਾ ਕਿ ਜਿਹੜੇ ਆ ਇਕੋਲੋਜੀ ਦਾ ਜ਼ਿਕਰ ਆਉਂਦਾ ਬਾਣੀ ਦੇ ਵਿੱਚ ਵੀ। ਅੱਜ ਦੇ, ਹਾਂਜੀ, ਅੱਜ ਦੇ ਜ਼ਮਾਨੇ ਦੇ ਵਿੱਚ ਇਕੋਲੋਜੀ ਬਹੁਤ ਵੱਡਾ ਇਸ਼ੂ ਬਣਿਆ ਹੋਇਆ, ਔਰ ਅਸੀਂ 500 ਸਾਲ ਪਹਿਲਾਂ ਤੋਂ ਲਗਾਤਾਰ ਪੜ੍ਹਦੇ ਆ ਰਹੇ ਹਾਂ। ਕਿਸੇ ਦੇ ਸਮਝ ਆਈ ਜਾਂ ਨਹੀਂ ਆਈ ਇਹ ਤਾਂ ਮੈਨੂੰ ਪਤਾ ਨਹੀਂ, ਪਰ ਹੁਣ ਜਦੋਂ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਨੇ ਉਹ ਪੜ੍ਹ ਕੇ ਦੁਨੀਆ ਨੂੰ ਦੱਸ ਰਹੇ ਆ, ਦੂਜੀਆਂ ਬੋਲੀਆਂ 'ਚ ਦੱਸ ਰਹੇ ਆ, ਅੰਗਰੇਜ਼ੀ 'ਚ ਦੱਸ ਰਹੇ ਆ, ਜਦੋਂ ਉਹੀ ਜਾਣਕਾਰੀ ਹੁਣ ਅੰਗਰੇਜ਼ੀ ਦੇ ਘਨੇੜੇ ਚੜ੍ਹ ਕੇ ਆ ਰਹੀ ਆ ਤਾਂ ਸਾਰੀ ਦੁਨੀਆ ਕਹੇ ਯੈਸ, ਇਹ ਤਾਂ ਬਿਲਕੁਲ ਠੀਕ ਆ। ਇਕੋਲੋਜੀ ਗੁਰਬਾਣੀ ਦਾ ਕਿੱਡਾ ਕੁ ਵੱਡਾ ਹਿੱਸਾ? ਦੇਖੋ ਜੀ, ਜਦੋਂ ਗੁਰਬਾਣੀ ਦੀ ਗੱਲ ਕਰਦੇ ਆ ਨਾ, ਤਾਂ ਸਾਡਾ ਏਮ ਜ਼ਿੰਦਗੀ ਦਾ, ਉਹਨਾਂ ਨੇ ਆਖਿਆ ਸਪਿਰਿਚੁਅਲ ਪ੍ਰੋਗਰੈਸ ਕਰਨਾ ਆ, ਮਤਲਬ ਰੱਬ ਵਰਗੇ ਮਿਲਣਾ, ਰੱਬ
ਦੇ ਨਾਲ ਮਿਲਣਾ, ਹੈ ਨਾ। ਅਤੇ ਰੱਬ ਦੇ ਨਾਲ ਮਿਲਣ ਦਾ ਜਿਹੜਾ ਦੂਸਰਾ ਮੀਨਿੰਗ ਆ ਉਹ ਹੈਗਾ ਸਚਿਆਰ ਹੋਣਾ, ਸੱਚ ਆਚਾਰ ਹੋਣਾ। ਜਪਜੀ ਦੇ ਵਿੱਚ ਹੀ ਪੜ੍ਹਦੇ ਹੋ ਫਿਰ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆ ਜਿਹੜਾ ਹੁਕਮ ਹੈ ਨਾ, ਇਹ ਲਾਅ ਆਫ ਨੇਚਰ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਪਰਮਾਤਮਾ ਨੇ ਜਦੋਂ ਇਹ ਪਸਾਰਾ ਕੀਤਾ ਨਾ, ਬਣਾਈ ਕੁਦਰਤ, ਉਸ ਤੋਂ ਪਹਿਲਾਂ ਇੱਕ ਕੀਤਾ ਕਵਾਓ। ਕਵਾ ਨੂੰ ਅਸੀਂ ਕਹਿੰਦੇ ਧੁਨੀ ਉਤਪੰਨ ਕੀਤੀ ਅਤੇ ਸੰਸਾਰ ਉਤਪੰਨ ਕੀਤਾ। ਸਾਡੀ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਜਿਹੜੇ ਸ਼ਬਦਾਂ ਦੇ ਅਰਥ ਨਾ ਦੁਬਾਰਾ ਤੋਂ ਪੜਚੋਲ ਕਰਨ ਦੀ, ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਕੋਈ ਹੋਰ ਅਰਥ ਵੀ ਇਹਦਾ ਨਿਕਲਦਾ, ਕਿਉਂਕਿ ਕਈ ਸੈੱਟ ਹੁੰਦੇ ਆ ਸ਼ਬਦਾਂ ਦੇ, ਹੈ ਨਾ, ਅਰਥਾਂ ਦੇ ਵੀ। ਕਵਾ ਦਾ ਅਰਥ ਇੱਕ ਨਿਯਮ ਵੀ ਹੁੰਦਾ ਜੀ। ਅੱਛਾ। ਹਾਂ, ਜੇ ਅਸੀਂ ਨਿਯਮ ਲਓ ਕਵਾ ਦਾ ਅਰਥ, ਤਾਂ ਪੂਰਾ ਇਕੋਲੋਜੀ ਦਾ ਸਿਧਾਂਤ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਤੇ ਉਹ ਨਿਯਮ ਦੇ ਨਾਲ ਇਹ ਪਸਾਰਾ ਕੀਤਾ। ਹੁਣ ਉਹੀ ਨਿਯਮ ਪਰਮਾਤਮਾ ਦਾ ਐਕਚੁਅਲੀ ਹੁਕਮ ਆ, ਹੈ ਨਾ। ਪਰਮਾਤਮਾ ਪਰਮਾਤਮਾ ਨੂੰ ਅਸੀਂ ਜਾਣ ਕਿੱਦਾਂ ਸਕਦੇ ਹਾਂ? ਉਹਦੇ ਹੁਕਮ ਦੇ ਜ਼ਰੀਏ ਜਾਣ ਸਕਦੇ ਨਾ ਵੀ ਉਹ ਬ੍ਰਹਿਮੰਡ ਦੇ ਵਿੱਚ ਕਰ ਕੀ ਰਿਹਾ। ਇਹਦੇ ਤੋਂ ਬਿਨਾਂ ਤਾਂ ਸਾਨੂੰ ਕੁਛ ਨਹੀਂ ਦਿਸਦਾ ਉਹ, ਹੈ ਨਾ। ਸਾਡੇ ਵਿੱਚ ਹੀ ਆ, ਸਰਗੁਣ ਸਰੂਪ ਦੇ ਵਿੱਚ ਲੋਕਾਂ 'ਚ ਜਾਣ ਸਕਦੇ ਹਾਂ। ਸੋ ਜਦੋਂ ਅਸੀਂ ਨਿਯਮ ਲੈਂਦੇ ਹਾਂ ਇਹਦਾ ਅਰਥ, ਤਾਂ ਪੂਰਾ ਫਲਸਫਾ ਨਿਕਲ ਆਉਂਦਾ ਹੈ ਇਹਦਾ। ਤਾਂ ਉਸ ਹੁਕਮ ਨੂੰ, ਉਸ ਨਿਯਮ ਨੂੰ ਜਦੋਂ ਕਹਿੰਦੇ ਤੁਸੀਂ ਸਮਝ ਲੈਂਦੇ ਹੋ, ਹੈ ਨਾ, ਹੁਕਮ ਨੂੰ ਸਮਝ ਲੈਂਦੇ ਹਾਂ, ਅਤੇ ਰਜਾਈ ਚੱਲਣਾ ਮਤਲਬ ਉਹਦੇ ਅਨੁਸਾਰ ਚੱਲ ਲੈਂਦੇ ਹੋ, ਤਾਂ ਤੁਹਾਨੂੰ ਰੱਬ ਮਿਲ ਜੂ। ਹੁਣ ਗੱਲ ਇੱਥੇ ਆਉਂਦੀ ਆ, ਅਸੀਂ ਸਾਰੇ ਕਹਿੰਦੇ ਹਾਂ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ, ਅਤੇ ਨਿਯਮ ਬਿਨਾਂ ਵੀ ਕੁਛ ਨਹੀਂ ਹੋ ਸਕਦਾ, ਹੈ ਨਾ। ਨਿਯਮ ਹੀ ਆ। ਹਾਂ, ਨਿਯਮ ਆ। ਜੇ ਕੁਦਰਤ ਦਾ ਲੈ ਲਈਏ ਤਾਂ ਨਿਯਮ ਆ, ਅਤੇ ਨਿਯਮ ਬਿਨਾਂ ਵੀ ਕੁਛ, ਨਿਯਮ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ। ਜਿਹੜੇ ਨੇਚਰ ਦੇ ਲਾਜ਼ ਹੈ, ਅਸੀਂ ਇਹ ਤਾਂ ਸਾਨੂੰ ਮੰਨਣੇ ਪੈਂਦੇ ਆ। ਫਿਰ ਅਸੀਂ ਰੱਬ ਨੂੰ ਕਿਉਂ ਨਹੀਂ ਮਿਲ ਲੈਂਦੇ? ਤਾਂ ਉਹ ਕਹਿੰਦੇ ਰਜਾਈ ਮੰਨਣਾ ਆ। ਰਜਾਈ ਦਾ ਮਤਲਬ ਹੈ ਵੀ ਤੂੰ ਹੁਕਮ ਨੂੰ ਖੁਸ਼ ਹੋ ਕੇ ਮੰਨਣਾ, ਉਹਦੀ ਰਜਾ 'ਚ ਰਾਜੀ ਰਹਿ ਕੇ ਮੰਨਣਾ। ਅਸੀਂ ਮੰਨਦੇ ਜ਼ਰੂਰ ਹਾਂ, ਅਸੀਂ ਮੰਨਦੇ ਹਾਂ ਰੋਂਦੇ ਧੋਂਦੇ, ਵੀ ਮੰਨਣਾ ਪੈਣਾ ਹੀ ਆ। ਹਾਏ ਰੱਬਾ ਤੂੰ ਕੀ ਕਰਤਾ, ਹੈ ਨਾ, ਅਤੇ ਹੁਣ ਮੈਂ ਕੀ ਕਰਾਂ, ਤੈਨੂੰ ਮੈਂ ਹੀ ਲੱਭਿਆ ਸੀ ਆਹ ਕਰਨ ਨੂੰ। ਮੰਨਣਾ ਤਾਂ ਪੈਣਾ, ਹੋ ਗਿਆ, ਭਾਣਾ ਆ। ਫਿਰ ਅਸੀਂ ਕਹਿੰਦੇ ਭਾਣਾ ਆ, ਸਬਰ ਕਰ। ਇੱਥੇ ਸਬਰ ਨਹੀਂ ਹੈ, ਸੰਤੋਖ ਕਰ। ਅੱਛਾ। ਤੂੰ ਸ਼ੁਕਰਾਨਾ ਕਰ ਕਿ ਤੈਨੂੰ ਜੋ ਵੀ ਕੀਤਾ ਹੈ ਉਹ ਵਧੀਆ ਹੀ ਕੀਤਾ ਹੋਇਆ, ਕਿਉਂਕਿ ਉਹ ਨਿਯਮ ਦੇ ਵਿੱਚ, ਨਿਯਮ ਦੇ ਵਿੱਚ, ਉਹ ਵੱਡੀ ਪਲਾਨ ਦੇ ਵਿੱਚ ਹੈ, ਸਾਰਿਆਂ ਦੇ ਭਲੇ ਵਿੱਚ ਹੈ। ਜਦੋਂ ਸਾਰਿਆਂ ਦਾ ਭਲਾ ਹੋ ਰਿਹਾ ਤਾਂ ਤੇਰਾ ਵੀ ਭਲਾ ਹੋਣਾ ਹੀ ਹੋਣਾ। ਸਾਰਿਆਂ ਦੇ ਵਿੱਚ ਹੀ ਆਣਾ, ਤੋਂ ਬਾਹਰ ਨਹੀਂ ਹੈ। ਤਾਂ ਇਹ ਜਿਹੜਾ ਇੱਕ ਤਾਂ ਇਹ ਹੋ ਗਿਆ ਜਿਹੜੀ ਮੈਂ ਕਹਿੰਦੀ ਹਾਂ ਕਿ ਸਪਿਰਿਚੁਅਲ ਪ੍ਰੋਗਰੈਸ ਦੀ ਗੱਲ ਕਰਦੇ ਹਾਂ। ਤਾਂ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਆਖਿਆ ਕਿ ਐਵੋਲਿਊਸ਼ਨ ਦੇ ਵਿੱਚ ਰੱਬ ਨੇ ਪਾ ਦਿੱਤਾ ਸਾਨੂੰ, ਅਤੇ ਅਸੀਂ ਹਾਈਐਸਟ ਸਟੇਜ ਤੱਕ ਪਹੁੰਚਣਾ ਆ। ਇਸ ਤੋਂ ਵੀ ਮਤਲਬ ਇੱਥੋਂ ਤੱਕ ਆ ਗਏ, ਅੱਗੇ ਅਸੀਂ ਪਹੁੰਚਣਾ। ਅੱਗੇ ਕਿਵੇਂ ਪਹੁੰਚਣਾ, ਉਹਦੀ ਵੀ ਜਿਹੜੀ ਸ਼ਰਤ ਗੁਰਬਾਣੀ ਨੇ ਲਾਈ ਆ, ਉਹ ਕਹਿੰਦੀ ਕਿ ਤੂੰ ਸਰਬੱਤ ਦਾ ਭਲਾ ਕਰਦੇ ਹੋਏ ਪਹੁੰਚਣਾ। ਕਿਉਂਕਿ ਜਿਵੇਂ ਇਕੋਲੋਜੀ ਕਹਿੰਦੀ ਹੈ ਕਿ ਹਰ ਪ੍ਰਣਾਲੀ ਆਪਣੀ ਜਾਤੀ ਦੀਆਂ ਜਿਹੜੀਆਂ ਚੀਜ਼ਾਂ ਨੇ, ਹੈ ਨਾ, ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ, ਅਤੇ ਉਹਨਾਂ ਨਾਲ ਸਹਾਇਤਾ ਕਰਕੇ ਅੱਗੇ ਪ੍ਰਫੁੱਲਤ ਹੁੰਦੀ ਹੈ। ਅਤੇ ਆਪਣੀ ਜਾਤੀ ਤੋਂ ਬਾਹਰ ਜਿਵੇਂ ਜੀਵ ਜੰਤੂ ਆਪਸ ਦੇ ਵਿੱਚ ਵੀ ਪ੍ਰਭਾਵਿਤ ਕਰਦੇ ਅਤੇ ਇੱਕ ਦੂਜੇ ਦਾ ਭਲਾ ਕਰਦੇ ਆ। ਜੀਆਂ ਕਾ ਆਹਾਰ ਜੀ ਵੀ, ਮਤਲਬ ਖਾਣਾ ਵੀ ਉੱਥੋਂ ਹੀ ਆਉਂਦਾ ਆ ਸਾਡਾ। ਅਤੇ ਇਸ ਤਰ੍ਹਾਂ ਇਹ ਦੂਜੀ ਜਾਤੀ ਨੂੰ ਵੀ ਪ੍ਰਭਾਵਿਤ ਕਰਦੇ ਆ। ਮਤਲਬ ਜਿਵੇਂ ਬਨਸਪਤੀ ਨੇ ਜੀਵਾਂ ਨੂੰ ਪ੍ਰਭਾਵਿਤ ਕਰਨਾ, ਫੂਡ ਚੇਨ ਹੀ ਲੈ ਲਓ ਕਿ ਬਨਸਪਤੀ ਜਿਹੜੀ ਹੈ ਨਾ, ਸਿਰਫ ਉਹ ਜਾਨਵਰਾਂ ਲਈ ਖਾਣਾ ਬਣ ਜਾਂਦੀ ਹੈ। ਹਾਂ, ਇੱਕੋ ਹੀ ਪ੍ਰੋਡਿਊਸਰ ਹੈ, ਹੋਰ ਕੋਈ ਪ੍ਰੋਡਿਊਸ ਨਹੀਂ ਕਰਦਾ। ਪ੍ਰੋਡਿਊਸ ਸਿਰਫ ਬਨਸਪਤੀ ਕਰਦੀ ਆ ਖਾਣਾ। ਫਿਰ ਸ਼ਾਕਾਹਾਰੀ ਉਹਨਾਂ ਨੂੰ ਖਾ ਲੈਂਦੇ ਆ, ਸ਼ਾਕਾਹਾਰੀਆਂ ਨੂੰ ਮਾਸਾਹਾਰੀ ਖਾ ਲੈਂਦੇ ਆ, ਮਾਸਾਹਾਰੀਆਂ ਨੂੰ ਡੀਕੰਪੋਜ਼ਰਸ ਖਾ ਲੈਂਦੇ ਆ। ਬਿਲਕੁਲ। ਡੀਕੰਪੋਜ਼ਰਸ ਡੀਕੰਪੋਜ਼ ਕਰਕੇ ਫਿਰ ਉਹੀ ਪਹਿਲੇ ਜਿਹੜੀਆਂ ਤੱਤ ਨੇ, ਜਿਹੜੀਆਂ ਚੀਜ਼ਾਂ ਉਹਦੇ 'ਚ ਬਣਾ ਦਿੰਦੇ ਨੇ, ਰੀਸਾਈਕਲ ਹੋ ਜਾਂਦੀਆਂ ਨੇ। ਤਾਂ ਇਹ ਸਾਰੀਆਂ ਇਸੇ ਤਰ੍ਹਾਂ ਚੱਲਦੀਆਂ। ਹੁਣ ਜਿਹੜਾ ਇਕੋਲੋਜੀ ਦਾ ਜਾਂ ਡੀਪ ਇਕੋਲੋਜੀ ਦਾ ਸਿਧਾਂਤ ਚੱਲ ਰਿਹਾ, ਉਹ ਕਹਿੰਦੇ ਨੇ ਕਿ ਜਿਹੜੀ ਨਵੀਂ ਚਰਚਾ ਹੋ ਰਹੀ ਹੈ ਕਿ ਜਿੰਨੇ ਜੀਵ ਜੰਤੂ ਨੇ, ਜਿੰਨੀਆਂ ਪ੍ਰਣਾਲੀਆਂ ਨੇ, ਇਹ ਸਿਰਫ ਮਨੁੱਖ ਦੇ ਵਰਤੋਂ ਲਈ ਹੀ ਨਹੀਂ ਬਣੀਆਂ। ਮਤਲਬ ਇਹ ਸਿਰਫ ਵਸਤੂਆਂ ਨਹੀਂ ਹੈਗੀਆਂ, ਇਹਨਾਂ ਦੇ ਆਪਣੇ ਵੀ ਕੁਛ ਅਧਿਕਾਰ ਹੋਣੇ ਚਾਹੀਦੇ ਆ।
ਲੀਗਲ ਰਾਈਟਸ ਵੀ ਹੋਣੇ ਚਾਹੀਦੇ ਆ, ਬਲਕਿ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਜਾਨਵਰਾਂ ਦੇ ਵੀ ਆਪਾਂ ਹੁਣ ਦੇਣੇ ਤੁਸੀਂ ਲੱਗ ਉਹਨਾਂ ਦੇ ਗਏ। ਐਡਵੋਕੇਟ ਨੇ ਜੀ ਹੁਣ। ਹਾਂਜੀ, ਬਿਲਕੁਲ ਆ ਗਿਆ ਹੈ ਨਾ। ਹੁਣ ਗੁਰਬਾਣੀ ਕਹਿੰਦੀ ਆ ਕਿ ਨਾ ਸਿਰਫ ਉਹਨਾਂ ਦੇ ਅਧਿਕਾਰ ਹੋਣੇ ਚਾਹੀਦੇ ਆ, ਬਲਕਿ ਮਨੁੱਖ ਦੀ ਤਾਂ ਡਿਊਟੀ ਲਾਈ ਹੋਈ ਆ ਰੱਬ ਨੇ ਕਿ ਤੇਰੀ ਸਪਿਰਿਚੁਅਲ ਪ੍ਰੋਗਰੈਸ ਹੋਣੀ ਹੋਈ ਤਾਂ ਆ ਜੇ ਤੂੰ ਇਹਨਾਂ ਦਾ ਭਲਾ ਕਰੇਂਗਾ। ਇਫ ਯੂ ਆਰ ਕਾਈਂਡ ਟੂ them। ਬਿਲਕੁਲ ਹੈ ਨਾ। ਧਰਤੀ ਪੇ ਤੇਰੀ ਸਕਦਾਰੀ ਅਵਰ ਜੋਨ ਤੇਰੇ ਪਾਣੀ ਹਾਰੀ, ਹੈ ਨਾ। ਉਹ ਤੈਨੂੰ ਬੈਸਟ ਬਣਾਤਾ, ਸਰਦਾਰ ਬਣਾਤਾ। ਹੁਣ ਅਸੀਂ ਕਹਾਂਗੇ ਵੀ ਸਾਨੂੰ ਬਾਕੀ ਜਾਤੀਆਂ ਨਾਲੋਂ ਸਰਦਾਰ ਕਿਵੇਂ ਬਣਾ ਦਿੱਤਾ, ਤਾਂ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਹੀ ਇੱਕ ਸ਼ਬਦ ਆਉਂਦਾ, ਪ੍ਰਥਮੇ ਤੇਰੀ ਨੀਕੀ ਜਾਤ। ਪਹਿਲਾਂ ਤਾਂ ਤੇਰੀ ਜਿਹੜੀ ਕਲਾਸੀਫਿਕੇਸ਼ਨ ਹੈ, ਮਤਲਬ ਜਿਹੜੀ ਤੇਰੀ ਜਾਤ ਲੋਅਰ ਕਲਾਸ ਸੀ, ਕਿੰਗਡਮ, ਜਿਹੜੀ ਤੇਰੀ ਜਾਤ, ਜਿਹੜੀ ਕਲਾਸ ਦੇ ਵਿੱਚ ਤੂੰ ਬੈਠਾ ਹੋਇਆ, ਇਹ ਸਭ ਤੋਂ ਵਧੀਆ। ਨੀਕੀ ਦਾ ਮਤਲਬ ਜੀ ਇੱਥੇ ਵਧੀਆ। ਅੱਛਾ। ਹਾਂ, ਵੀ ਸਭ ਤੋਂ ਵਧੀਆ। ਹੁਣ ਤੁਸੀਂ ਕਹੋਗੇ ਵੀ ਮੈਂ ਬਾਕੀਆਂ ਨਾਲੋਂ ਕਿੱਦਾਂ ਵਧੀਆ ਆ, ਤਾਂ ਮੇਰੇ ਕੋਲ ਕਾਰਜ ਕੁਸ਼ਲਤਾ, ਮਤਲਬ ਵਧੀਆ ਕੰਮ ਕਰਨ ਦੀ ਸ਼ਕਤੀ ਹੈ। ਮੇਰੇ ਹੱਥ ਪੈਰ ਬਾਕੀ ਜਾਨਵਰਾਂ ਨਾਲੋਂ, ਹੈ ਨਾ, ਸਰੀਰ ਵਧੀਆ ਤਰ੍ਹਾਂ ਨਾਲ ਚੱਲਦਾ। ਮੇਰੇ ਕੋਲ ਰੈਸ਼ਨੈਲਿਟੀ ਆ, ਮਤਲਬ ਬੁੱਧੀ ਹੈਗੀ ਆ, ਉਹਨਾਂ ਤੋਂ ਜ਼ਿਆਦਾ ਆ। ਮੇਰੇ ਕੋਲ ਮੈਮਰੀ ਆ, ਹੈ ਨਾ। ਤਾਂ ਮੈਂ ਬਾਕੀ ਜਾਨਵਰਾਂ ਨਾਲੋਂ ਵਧੀਆ ਕਲਾਸ ਦੇ ਵਿੱਚ, ਅਪਰ ਕਲਾਸ ਦੇ ਵਿੱਚ ਆ ਗਿਆ। ਜਿਵੇਂ ਆਪਾਂ ਸ਼੍ਰੇਣੀਆਂ ਦੀ ਗੱਲ ਕਰਦੇ ਆ, ਐਵੋਲੂਸ਼ਨ, ਲੋਅਰ ਕਿੰਗਡਮ, ਅਪਰ ਕਿੰਗਡਮ। ਹਾਂ। ਦੁਤੀਆ ਤੇਰੀ ਮੰਨੀਏ ਪਾਤ, ਹੈ ਨਾ। ਦੂਸਰਾ ਮਤਲਬ ਤੇਰਾ ਆਪਣਾ ਭਾਈਚਾਰਾ ਬਹੁਤ ਵਧੀਆ, ਤੂੰ ਸਮਾਜ ਦੇ ਵਿੱਚ ਰਹਿਣਾ, ਤੂੰ ਉਸ ਸਮਾਜ ਦੇ ਵਿੱਚ ਰਹਿ ਕੇ ਆਪਣੇ ਭਾਈਚਾਰੇ ਨਾਲ ਗੱਲਬਾਤ ਕਰਕੇ, ਤੇਰੇ ਕੋਲ ਬੋਲੀ ਆ, ਤੂੰ ਨਵੇਂ ਖਿਆਲ ਸਿਧਾਂਤ ਕੱਢ ਸਕਦਾ, ਨਵੀਆਂ ਜਿਹਨੂੰ ਕਹਿੰਦੇ ਸਕੀਮਾਂ ਕੱਢ ਸਕਦਾ, ਸਭ ਦਾ ਭਲਾ ਹੋ ਜਾਏ, ਕ੍ਰੀਏਟਿਵ ਹੈ। ਹਾਂ। ਤ੍ਰਿਤੀਆ ਤੇਰਾ ਉੱਤਮ ਥਾਨ, ਕਹਿੰਦਾ ਤੂੰ ਥਾਂ ਵੀ ਬਹੁਤ ਵਧੀਆ ਤੇਰਾ ਨਾ। ਹੁਣ ਸਾਡੇ ਵਿੱਚ ਐਂ ਲੱਗੂਗਾ ਵੀ ਜਿਹੇ ਜਿਹੇ ਬਾਕੀ ਧਰਤੀ ਦੇ ਉੱਤੇ ਜਾਨਵਰ ਰਹਿੰਦੇ ਆ, ਅਸੀਂ ਵੀ ਉਸੇ ਥਾਂ 'ਤੇ ਰਹਿੰਦੇ ਹਾਂ, ਵੀ ਸਾਡਾ ਥਾਂ ਵਧੀਆ ਕਿੱਦਾਂ ਹੋ ਗਿਆ। ਸਾਡਾ ਥਾਂ ਇੱਦਾਂ ਵਧੀਆ ਵੀ ਬਾਕੀ ਜਿਹੜੀਆਂ ਚੀਜ਼ਾਂ ਨੇ ਨਾ, ਬਾਕੀ ਜਾਨਵਰ ਉਹ ਚੀਜ਼ਾਂ ਨੂੰ ਓਨਾ ਵਰਤ ਨਹੀਂ ਸਕਦੇ ਜਿੰਨਾ ਅਸੀਂ ਵਰਤ ਸਕਦੇ ਹਾਂ। ਅਸੀਂ ਹਰ ਜੀਵ ਜੰਤੂ ਨੂੰ ਆਪਣੇ ਬੈਨੀਫਿਟ ਲਈ ਵਰਤਦੇ ਹਾਂ। ਅਸੀਂ ਇਹੋ ਜਿਹੀ ਸੋਹਣੀ ਥਾਂ 'ਤੇ ਰਹਿੰਦੇ ਹਾਂ ਵੀ ਉਹਨੇ ਸਭ ਕੁਛ ਦੇ ਦਿੱਤਾ, ਤੁਸੀਂ ਆਪਦੀ ਉਹਦੇ 'ਤੇ ਕਰ ਲਓ, ਹੈ ਨਾ। ਤਾਂ ਧਰਤੀ ਪੇ ਤੇਰੀ ਸਕਦਾਰੀ ਅਵਰ ਜੋਨ ਤੇਰੀ ਪਾਣੀ ਹਾਰੀ, ਤੂੰ ਤਾਂ ਸਰਦਾਰ ਬਣ ਗਿਆ ਕਹਿੰਦੇ, ਹੈ ਨਾ। ਫਿਰ ਉਹਨਾਂ ਕਹਿੰਦੇ ਸੋਇਨਾ ਰੂਪਾ ਤੁਝ ਪੇ ਦਾਮ, ਤੈਨੂੰ ਧਨ ਦੌਲਤ ਵੀ ਬਹੁਤ ਦੇ ਦਿੱਤੀ। ਧਨ ਦੌਲਤ ਤਾਂ ਅਸੀਂ ਕਹਾਂਗੇ ਵੀ ਅਸੀਂ ਤਾਂ ਆਪ ਹੀ ਪੈਸੇ ਪੂਸੇ ਬਣਾਏ ਆ, ਪਰ ਖਣਿਜ ਪਦਾਰਥ ਜਾਂ ਜੋ ਵੀ ਹੈ ਨਾ ਆਪਾਂ ਨੂੰ ਹਾਂ, ਇਹ ਬਹੁਤ ਵੱਡਮੁੱਲੀ ਮਤਲਬ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਲੋਹਾ ਹੋ ਗਿਆ ਇੱਦਾਂ। ਪਰ ਕਹਿੰਦੇ ਮਸਲਾ ਕੀ ਆ, ਮਤਲਬ ਤੈਨੂੰ ਤਾਂ ਸਰਦਾਰ ਬਣਾਤਾ, ਤੈਨੂੰ ਮਸਲਾ ਕਿੱਥੇ ਖੜਕ ਗਿਆ, ਕਿੱਥੋਂ ਤੂੰ ਖਰਾਬੀ ਕਰ ਲਈ, ਕਿਉਂ ਤੂੰ ਇੱਦਾਂ ਦੁਖੀ ਫਿਰਦਾ ਆ, ਹੈ ਨਾ। ਸੀਲ ਬਿਗਾੜਿਓ ਤੇਰਾ ਕੰਮ, ਤੇਰੇ ਕਰੈਕਟਰ ਨੇ ਤੇਰਾ ਕੰਮ ਖਰਾਬ ਕਰਤਾ। ਤੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਆ ਨਾ, ਇਹਨੇ ਕੰਮ ਖਰਾਬ ਕਰਤਾ। ਤੈਨੂੰ ਇੰਨਾ ਕੁਛ ਦੇਤਾ, ਰਾਜਾ ਬਣਾਤਾ, ਤੈਨੂੰ ਕਹਿਤਾ ਵੀ ਹੈ ਨਾ, ਜਿਵੇਂ ਉਹ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਦੀਸ਼ ਦਾ ਮਤਲਬ ਜਗ ਦੇ ਈਸ਼ਵਰ ਨੂੰ, ਈਸ਼ਵਰ ਦਾ ਮਤਲਬ ਹੁੰਦਾ ਸ਼ਾਸਕ ਨੂੰ ਮਿਲਣਾ, ਵੀ ਤੂੰ ਉਹੀ ਬਣ ਜਾਣਾ, ਤੇਰੀ ਆਹ ਬਣਨ ਦੀ ਵਾਰੀ ਆ ਹੁਣ। ਮਤਲਬ ਤੂੰ ਤਾਂ ਜਗਤ ਦਾ ਸ਼ਾਸਕ ਬਣਨਾ ਸੀਗਾ, ਪਰ ਤੂੰ ਸਾਰਾ ਕੁਛ ਆਪਦੇ ਲਈ ਵਰਤਣ ਲੱਗ ਗਿਆ। ਰਾਜੇ ਚੂਲੀ ਨਿਆਮ ਕੀ, ਰਾਜੇ ਦਾ ਕੰਮ ਹੁੰਦਾ ਨਿਆਂ ਕਰਨਾ, ਤੈਨੂੰ ਬਣਾਤਾ ਰਾਜਾ। ਬਾਕੀ ਕਿੰਗਡਮਸ ਦਾ ਵੀ ਖਿਆਲ ਰੱਖ। ਨਿਆਂ ਤਾਂ ਅਸੀਂ ਕਰ ਹੀ ਨਹੀਂ ਰਹੇ। ਰਾਜਾ ਕਹਿੰਦਾ ਮੇਰਾ ਸਾਰਾ ਕੁਛ, ਬਨਸਪਤੀ ਦਾ, ਜਾਨਵਰਾਂ ਦਾ, ਹੋਰ ਇਕੋਲੋਜੀ, ਜਿਹੜੀ ਚੀਜ਼ਾਂ ਆਉਂਦੀਆਂ ਨੇ। ਫਿਰ ਗੁਰਬਾਣੀ ਉਹ ਕਹਿੰਦੀ ਹੈ ਨਾ, ਤਖਤ ਬਹੇ ਤਖਤੇ ਕੇ ਲਾਇਕ, ਜੇ ਤੂੰ ਲਾਇਕ ਹੋਏਗਾ ਤਾਂ ਹੀ ਤਖਤ ਦੇ ਉੱਤੇ ਬੈਠਾ ਰਹਿ ਸਕਦਾ, ਨਹੀਂ ਤਾਂ ਤੇਰਾ ਤਖਤ ਖੋਹ ਲੈਣਾ ਉਸੇ ਧਰਮ ਦੇ ਨਿਯਮ ਹੇਠ, ਕਿਉਂਕਿ ਧਰਮ ਦਾ ਕੰਮ ਹੀ ਸਾਰੀ ਸ੍ਰਿਸ਼ਟੀ ਨੂੰ ਬੰਨ੍ਹ ਕੇ ਰੱਖਣਾ। ਜੇ ਤੂੰ ਬੰਨਣ ਦੀ ਜਗ੍ਹਾ ਤੋੜਨ ਤੇ ਆ ਗਿਆ ਤਾਂ ਉਹਨੇ ਤਾਂ ਆਪਦੀ ਸ੍ਰਿਸ਼ਟੀ, ਜਿਹੜਾ ਬਾਦਸ਼ਾਹ, ਉਹਨੇ ਤਾਂ ਕਾਇਮ ਰੱਖਣੀ ਆ, ਉਹਨੇ ਤੇਰੇ ਤੋਂ ਸਰਦਾਰੀ ਖੋਹ ਲੈਣੀ ਆ, ਹੈ ਨਾ। ਗੁਰਬਾਣੀ 'ਚ ਇੱਕ ਸ਼ਬਦ ਹੋਰ ਬੜਾ ਸੋਹਣਾ ਆਉਂਦਾ, ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਕਾ। ਪਰਮਾਤਮਾ ਇਸੇ ਤਰ੍ਹਾਂ ਦਾ ਲਾ ਬਣਾ ਸਕਦਾ ਆ। ਜਿਹੜੇ ਮਾਸ ਖਾਣ ਵਾਲੇ ਜੀਵ ਆ, ਜਿਹੜੇ ਤਾਕਤਵਰ ਹੈ, ਉਹਨਾਂ ਨੂੰ ਘਾਹ ਖਵਾ ਦੇ, ਮਤਲਬ ਉਹਨਾਂ ਨੂੰ ਥੱਲੇ ਦਰਜੇ ਦਾ ਲੈ ਜਾਏ, ਘੱਟ ਤਾਕਤ ਵਾਲਾ ਕਰਦੇ, ਹੈ ਨਾ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹੋ ਚਲਾਏ ਰਾਹ। ਜਿਹੜੇ ਘਾਹ ਖਾਂਦੇ ਨੇ, ਮਤਲਬ ਥੋੜੇ ਨਰੀ ਨੇ, ਤਾਕਤਵਰ ਉਹਨੇ ਨਹੀਂ ਹੈਗੇ, ਉਹਨਾਂ ਨੂੰ ਸ਼ੀਨੇ ਬਣਾ ਸਕਦਾ, ਹੈ ਨਾ। ਨਦੀਆਂ ਵਿੱਚ ਟਿੱਬੇ ਦੇ ਖਾਲੇ,
ਥਲੀ ਕਰੇ ਅਸਗਾ ਅਤੇ ਬਿਲਕੁਲ ਇਕੋਲੋਜੀ ਦਾ ਸਬਜੈਕਟ ਆ ਕਿ ਨਦੀਆਂ 'ਚ ਟਿੱਬੇ ਪੰਜਾਬ ਨੂੰ ਦੇਖੋ ਤੁਸੀਂ ਬਿਲਕੁਲ। ਧਰਤੀ ਨਦੀਆਂ ਦਾ ਮਤਲਬ ਧਰਤੀ ਦੇ ਜਿੱਥੇ ਉੱਪਰਲਾ ਨਦੀਆਂ ਪਾਣੀ, ਚੱਲਦੀਆਂ ਸੀ ਉੱਥੇ ਸੋਕਾ ਆ ਸਕਦਾ, ਉੱਪਰਲਾ ਪਾਣੀ ਸੋਕਾ ਛੱਡ ਉੱਥੇ ਨਦੀਆਂ ਬਲ ਸਕਦੀਆਂ। ਤੇ ਸਾਡਾ ਤਾਂ ਥੱਲੜਾ ਵੀ ਗਿਆ ਹੈ ਨਾ। ਨਦੀਆਂ ਦੇ ਵਿੱਚ ਕਹਿੰਦਾ ਟਿੱਬੇ ਮਾਰੂਥਲ ਹੋ ਜਾਣ ਜਿੱਥੇ ਕੁਛ ਨਾ ਉੱਗੇ, ਜਿੱਥੇ ਥਲ ਨੇ ਉੱਥੇ ਸਮੁੰਦਰ ਹੋ ਜਾਣ। ਤਾਂ ਦੇਖੋ ਨਾ ਗਰਮਾਇਸ਼ ਨਾਲ ਕਿੰਨਾ ਗਲੇਸ਼ੀਅਰਸ ਪਿਘਲ ਰਹੇ ਔਰ ਜਿਹੜਾ ਵਾਟਰ ਲੈਵਲ ਆ ਸਮੁੰਦਰਾਂ ਦੇ ਉੱਪਰ ਜਾ ਰਿਹਾ। ਪਿਓਰ ਇਕੋਲੋਜੀ ਤੇ ਸਾਇੰਟੀਫਿਕ ਗੱਲਾਂ। ਹਾਂ ਬਿਲਕੁਲ ਦਿੱਤੀ ਹੋਈ ਆ। ਫਿਰ ਉਹ ਇੱਕ ਅੱਗੋਂ ਕਹਿੰਦੇ ਨੇ ਕਿ ਜਿਵੇਂ ਮੈਂ ਕਿਹਾ ਨਾ ਵੀ ਜੇ ਤਖਤ ਦੇ ਲਾਇਕ ਨਹੀਂ ਆ ਤਾਂ ਫਿਰ ਕੀ ਕਰ ਸਕਦਾ। ਉਹ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਕੀੜਾ ਆਪਾਂ ਉਹਨੂੰ ਕਹਿੰਦੇ ਜਿਹੜਾ ਨਰੀ ਹੈ ਜਿਹਦੇ ਵਿੱਚ ਜਾਨ ਨਹੀਂ, ਜਿਨ੍ਹਾਂ ਨੂੰ ਅਸੀਂ ਐਂ ਸਮਝਦੇ ਵੀ ਇਹ ਤਾਂ ਸਾਡੇ ਵਰਤੋਂ ਦੀਆਂ ਚੀਜ਼ਾਂ ਨੇ, ਤਾਂ ਕਹਿੰਦੇ ਰੱਬ ਚਾਹਵੇ ਤਾਂ ਇਹਨਾਂ ਨੂੰ ਪਾਤਸ਼ਾਹੀ ਦੇ ਸਕਦਾ, ਇਹਨਾਂ ਨੂੰ ਰਾਜੇ ਬਣਾ ਦੂਗਾ। ਫਿਰ ਮਤਲਬ ਇਹ ਚੇਂਜ ਲਿਆਉਣਗੇ ਐਟਮੋਸਫੀਅਰ ਦੇ ਵਿੱਚ, ਮਤਲਬ ਆਪਣੇ ਬ੍ਰਹਿਮੰਡ ਦੇ ਵਿੱਚ ਇਹੋ ਜਿਹੀ ਚੇਂਜ ਲਿਆ ਦੇਣਗੇ ਕਿ ਲਸ਼ਕਰ ਨੂੰ ਸੁਆਹ ਕਰ ਦੇਣਗੇ। ਲਸ਼ਕਰ ਆਪਾਂ ਤਾਕਤਵਰ ਫੌਜ ਨੂੰ ਕਹਿੰਦੇ ਹਾਂ, ਬਿਲਕੁਲ, ਹੈ ਨਾ। ਅਤੇ ਸਿੰਬੋਲਿਕ ਕਾਹਦੀ ਹੈ? ਸਭ ਤੋਂ ਤਾਕਤਵਰ ਫੌਜ ਕੀ ਹੈ? ਮਨੁੱਖ, ਜਿਹੜਾ ਕਹਿੰਦਾ ਮੈਂ ਸਭ ਨੂੰ ਜੋ ਮਰਜ਼ੀ ਕਰ ਸਕਦਾ। ਕੀੜੇ ਇਹਨਾਂ ਨੂੰ ਖਤਮ ਕਰ ਸਕਦੇ ਆ। ਕਹਿੰਦੇ ਕੀੜੇ ਨੂੰ ਵੀ, ਮਤਲਬ ਛੋਟੇ ਤੋਂ ਛੋਟੇ। ਹੁਣ ਇੱਥੇ ਤੁਸੀਂ ਥੋੜ੍ਹਾ ਜਿਹਾ ਹੁਣੇ ਕਰੋਨਾ ਵਾਇਰਸ ਨੂੰ ਲਾ ਕੇ ਦੇਖੋ, ਹੁਣੇ ਆ ਕੇ ਹਟਿਆ ਹਲੇ, ਹੈ ਨਾ, ਕਿ ਇਹੋ ਜਿਹੇ ਵਾਇਰਸਿਸ ਨੂੰ, ਇਹੋ ਜਿਹੇ ਜਿਹਨੂੰ ਕਹਿੰਦੇ ਹੈ ਨਾ ਜਰਮਸ ਨੂੰ ਉਹ ਥਾਪੜਾ ਦੇ ਕਰਦੇ ਤਾਕਤਵਰ, ਲਸ਼ਕਰ ਖਤਮ ਕਰਦੇ। ਸਾਡੇ ਮਨੁੱਖਾਂ ਦਾ ਲਸ਼ਕਰ ਕੀ ਚੀਜ਼ ਹੈ? ਜਦੋਂ ਮਰਜ਼ੀ ਸੁਆਹ ਕਰ ਸਕਦਾ ਆ। ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਇਸ ਕਰਕੇ ਮਨੁੱਖ ਨੂੰ ਨਾ ਆਪਣਾ ਜਿਹੜੀ ਉਹਨੂੰ ਕੰਮ ਦਿੱਤਾ ਹੋਇਆ ਆ ਉਹ ਵਧੀਆ ਤਰ੍ਹਾਂ ਹੀ ਚਲਾਉਣਾ ਚਾਹੀਦਾ। ਇੱਕ ਹੋਰ ਹੈ ਜੇਤੇ ਜੀ ਜੀਵੇ ਲੈ ਸਾਹਾਂ ਜੀ ਵਾਲੇ ਅਸਾ। ਜਿੰਨੇ ਜੀਵ ਸਾਹ ਲੈ ਕੇ ਜਿਉਂਦੇ ਉਹਨਾਂ ਨੂੰ ਬਿਨਾਂ ਸਾਹਾਂ ਤੋਂ ਲੈ ਲੈ। ਬੜੀ ਲੱਗਦੇ ਵੀ ਵੈਸੇ ਹੀ ਗੱਲ ਕਰਤੀ ਹੈ ਨਾ, ਵੀ ਸ਼ਾਇਦ ਵੈਸੇ ਸਿਮਲੀ ਦੇਤੀ। ਸਾਹ ਜਦੋਂ ਅਸੀਂ ਜੀਵ ਦੀ ਗੱਲ ਕਰਦੇ ਹਾਂ ਨਾ ਜੀ, ਸਭ ਤੋਂ ਜੀਣ ਦੀ ਜਿਹੜੀ ਚੀਜ਼ ਹੈ ਉਹ ਕਾਰਬਨ ਹੀ ਹੈ। ਸਿਰਫ ਕਾਰਬਨ ਤੋਂ ਜੀਵਨ ਸਾਰਾ ਉਤਪੰਨ ਹੁੰਦਾ। ਕਾਰਬਨ ਇੱਕ ਜਿਵੇਂ ਪੱਥਰ ਨੂੰ ਵੀ ਆਪਾਂ ਡੋਰਮੈਂਟ ਸਟੇਟ ਦੇ ਵਿੱਚ ਮੰਨ ਲਿਆ, ਤਾਂ ਜਿੰਨਾ ਕੁਛ ਜੇ ਸਭ ਕੁਛ ਨਸ਼ਟ ਹੁੰਦਾ ਤਾਂ ਕੀ ਬਣਨਾ? ਅੱਜ ਸਮੁੰਦਰਾਂ ਦੇ ਵਿੱਚੋਂ ਪੈਟਰੋਲੀਅਮ ਜਾਂ ਆਪਾਂ ਨੂੰ ਕੋਲਾ ਮਿਲ ਰਿਹਾ ਹੈ, ਕੀ ਹੈ? ਆਪਾਂ ਕਹਿੰਦੇ ਹਾਂ ਵੀ ਬਨਸਪਤੀ ਹਜ਼ਾਰਾਂ ਸਾਲ ਪਹਿਲਾਂ ਸੀ, ਖਤਮ ਹੋ ਗਈ, ਦੱਬੀ ਗਈ, ਕਾਰਬਨ ਬਣ ਗਈ, ਹੈ ਨਾ। ਉਹੀ ਸਭ ਕੁਛ ਨਸ਼ਟ ਹੋ ਕੇ ਕਾਰਬਨ ਦੇ ਰੂਪ ਵਿੱਚ ਚੱਲ ਜਾਏ। ਕਾਰਬਨ ਇੱਕੋ ਹੀ ਇੱਕ ਚੀਜ਼ ਹੈ ਜਿਹਦੇ ਜੀਵਨ ਆ, ਤਾਂ ਬਿਨਾਂ ਸਾਹਾਂ ਤੋਂ ਵੀ ਜੀਵਨ ਹੈਗਾ। ਬੜੀ ਸਾਇੰਟੀਫਿਕ ਗੱਲ ਆ ਵੀ ਬਿਨਾਂ ਸਾਹਾਂ ਤੋਂ ਵੀ ਉਹ ਜੀਵਨ ਨੂੰ ਰੱਖ ਸਕਦਾ, ਕਾਰਬਨ ਦੇ ਰੂਪ 'ਚ ਰੱਖੇ ਚਾਹੇ, ਉਹਦੀ ਮਰਜ਼ੀ ਹੈ ਕਿੱਦਾਂ ਦਾ ਉਹ ਸਾਰਾ ਵਾਤਾਵਰਨ ਦੇ ਵਿੱਚ ਚੇਂਜ ਲਿਆ ਸਕਦਾ ਜੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਨਹੀਂ ਸਮਝਿਆ, ਹੈ ਨਾ। ਨਾਨਕ ਜਿਉਂ ਜਿਉਂ ਸਾਚੇ ਪਾਵੇ ਤਿਉਂ ਤਿਉਂ ਦੇ ਗਰਾਇਆ। ਜਿਵੇਂ ਜਿਵੇਂ ਪਰਮਾਤਮਾ ਚਾਹੁੰਦਾ ਉਵੇਂ ਉਵੇਂ ਹੀ ਜਿਉਂਦਾ ਰੱਖੂਗਾ। ਬੜੀ ਇੰਟਰਸਟਿੰਗ ਗੱਲ ਹੈਗੀ ਆ ਵੀ ਇੱਦਾਂ ਨਹੀਂ ਹੈ ਕਿ ਕੁਛ ਵੀ ਨਹੀਂ ਹੈ। ਡਾਕਟਰ ਔਲਖ, ਆਪਣੇ ਕੋਲ ਸਮਾਂ ਖਤਮ ਹੋ ਰਿਹਾ, ਅਖੀਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ? ਸੁਣਨ ਵਾਲਿਆਂ ਨੂੰ ਪਹਿਲੀ ਗੱਲ ਤਾਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਗੁਰਬਾਣੀ ਜਿਹੜੀ ਹੈ ਨਾ, ਟਰਡੀਸ਼ਨਲ ਤਾਂ ਉਹਦੇ ਜਿਹੜੇ ਅਰਥ ਹੈਗੇ ਹੀ ਨੇ ਸਾਡੇ ਕੋਲੇ, ਬਹੁਤ ਵਧੀਆ ਨੇ। ਸਾਨੂੰ ਉਹਨਾਂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਾਰੀ ਗੁਰਬਾਣੀ ਦੇ ਸਾਇੰਟੀਫਿਕ ਅਰਥ ਲੈਣੇ ਸ਼ੁਰੂ ਕਰ ਦਈਏ, ਕਿਉਂਕਿ ਸਾਇੰਸ ਇੱਕ ਅਜਿਹਾ ਸਬਜੈਕਟ ਹੈ ਨਾ, ਜਿਹੜੀ ਸਾਇੰਸ ਦੀ ਅੱਜ ਦੀ ਕਾਢ ਕੱਢੀ ਹੈ ਤਾਂ ਹੋ ਸਕਦਾ ਨਵੀਂ ਕਾਢ ਉਹਨੂੰ ਕਹਿ ਦੇ ਵੀ ਨਹੀਂ ਇਹ ਤਾਂ ਬਹੁਤ ਹੀ ਸਹੀ ਨਹੀਂ, ਇੱਦਾਂ ਹੋ ਰਿਹਾ। ਤਾਂ ਅਸੀਂ ਪੂਰੀ ਦੀ ਪੂਰੀ ਗੁਰਬਾਣੀ ਦੀ ਸਾਇੰਟੀਫਿਕ ਵਿਆਖਿਆ ਕਰਨ ਵੱਲ ਤਾਂ ਨਹੀਂ ਪੈ ਸਕਦੇ, ਇਹ ਗਲਤ ਹੋਊਗਾ, ਕਿਉਂਕਿ ਗੁਰਬਾਣੀ ਜਿਹੜੀ ਆ ਹਮੇਸ਼ਾ ਰਹਿਣ ਵਾਲਾ ਸੱਚ ਮੰਨਿਆ ਗਿਆ। ਪਰ ਗੁਰਬਾਣੀ ਨੂੰ ਸਮਝਣ ਦੇ ਲਈ ਅਸੀਂ ਸਾਇੰਸ ਦਾ ਸਹਾਰਾ ਜ਼ਰੂਰ ਲੈ ਸਕਦੇ ਹਾਂ। ਅਤੇ ਜਿਹੜਾ ਸਾਡੀ ਅੱਜ ਮਟੀਰੀਅਲਿਸਟਿਕ ਏਜ ਆ, ਮਤਲਬ ਪਦਾਰਥਵਾਦੀ ਚੀਜ਼ਾਂ ਇਕੱਠੀਆਂ ਕਰਨ ਦੀ, ਇਸ ਜੀਵਨ ਨੂੰ ਚਲਾਉਣ ਲਈ, ਇਹਦੇ ਵਿੱਚੋਂ ਬੇਰਸੀ ਖਤਮ ਕਰਨ ਦੇ ਲਈ, ਇਹਦੇ ਜਿਵੇਂ ਅੱਜ ਡਿਪਰੈਸ਼ਨ ਹੋ ਰਿਹਾ, ਸਾਰਾ ਕੁਛ ਹੈ, ਇਹ ਸਾਰਾ ਕੁਛ ਇਹਦੇ ਨੂੰ ਠੀਕ ਤਰ੍ਹਾਂ ਨਾਲ ਚੱਲਣ ਲਈ ਸਾਨੂੰ ਗੁਰਬਾਣੀ ਨੂੰ ਦੇਖਣਾ ਪਏਗਾ। ਮਤਲਬ ਵੀ ਸਾਨੂੰ ਸੇਧ ਜ਼ਰੂਰ ਲੈਣੀ ਪਏਗੀ। ਇਹ ਮੇਰੇ ਖਿਆਲ 'ਚ ਜ਼ਰੂਰੀ ਹੈ ਸਾਡੇ ਲਈ। ਡਾਕਟਰ ਔਲਖ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਥੈਂਕ ਯੂ ਜੀ।